BSc ਭਾਗ ਦੂਸਰਾ BA ਅਤੇ BCom ਭਾਗ ਦੂਸਰਾ ਦੇ ਵਿਦਿਆਰਥੀਓ, ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਲ ਕੀਤੇ ਗਏ ਗ੍ਰਾਮਰ, ਜਿਸ ਦੇ ਵਿੱਚ 3 ਪ੍ਰਸ਼ਨ ਸਿੱਧੇ ਰੂਪ ਦੇ ਵਿੱਚ ਸ਼ਾਮਲ ਕੀਤੇ ਗਏ ਆ। ਪਹਿਲਾ ਹੈਗਾ ਵਿਆਕਰਨਕ ਇਕਾਈਆਂ ਹੁੰਦੀਆਂ ਕੀ ਹੈ। ਦੂਸਰਾ ਪ੍ਰਸ਼ਨ ਹੈਗਾ ਵਾਕ ਦੀ ਪਰਿਭਾਸ਼ਾ, ਵਾਕ ਦਾ ਵਰਗੀਕਰਨ। ਤੀਸਰਾ ਉਪਵਾਕ ਦੀ ਪਰਿਭਾਸ਼ਾ ਅਤੇ ਉਪਵਾਕ ਦਾ ਵਰਗੀਕਰਨ। ਇਹ 3 ਪ੍ਰਸ਼ਨ ਤੁਹਾਡੇ ਸਿਲੇਬਸ ਦੇ ਵਿੱਚ ਦਿੱਤੇ ਗਏ ਹੈ, ਜਿਨ੍ਹਾਂ ਦੇ ਤੁਸੀਂ ਉੱਤਰ ਲੱਭਣੇ ਹੈ। ਔਰ ਜਿਹੜਾ ਤੁਹਾਡਾ ਫਾਈਨਲ ਐਗਜ਼ਾਮ ਹੋਊਗਾ, ਉਸ ਐਗਜ਼ਾਮ ਦੇ ਵਿੱਚ ਇਹੀ ਤਾਂ ਕੁਐਸਚਨਾਂ ਦੇ ਵਿੱਚੋਂ ਹੀ ਕੁਐਸਚਨ ਚੁਣ ਕੇ, ਪ੍ਰਸ਼ਨ ਚੁਣ ਕੇ ਤੁਹਾਨੂੰ ਪੁੱਛੇ ਜਾਣਗੇ। ਇਸ ਦੇ ਨਾਲ ਹੀ ਵਿਦਿਆਰਥੀਓ, ਜਿਹੜੇ ਅਸੀਂ 30 ਨੰਬਰ ਦੇ ਤੁਹਾਡੇ ਪ੍ਰਸ਼ਨ ਹੈਗੇ ਆ, ਛੋਟੇ ਪ੍ਰਸ਼ਨ, ਜਿਨ੍ਹਾਂ ਦੇ ਤੁਸੀਂ ਉੱਤਰ ਦੇਣੇ ਹੋਣਗੇ, ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਜਿਹੜੇ ਕਿ 15 ਕਰਨੇ ਆ ਅਸੀਂ। 2 ਨੰਬਰ ਦਾ ਇੱਕ ਪ੍ਰਸ਼ਨ ਹੈ, ਉਹਦੇ ਵਿੱਚ ਵੀ ਜਿਹੜਾ ਗ੍ਰਾਮਰ ਦਾ ਕੰਮ ਪੁੱਛਿਆ ਜਾਊਗਾ, ਗ੍ਰਾਮਰ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਜਾਣਗੇ, ਉਹਨਾਂ ਦਾ ਵੀ ਜਵਾਬ ਇਹਨਾਂ ਲੈਕਚਰਾਂ ਦੇ ਵਿੱਚ, ਜਿਹੜੇ ਅਸੀਂ ਲੈਕਚਰ ਲੜੀ ਸ਼ੁਰੂ ਕੀਤੀ ਹੈ ਵਿਆਕਰਨ ਦੀ, ਉਹਦੇ ਵਿੱਚੋਂ ਪੁੱਛਿਆ ਜਾਊਗਾ। ਔਰ ਉਹਦੇ ਵਿੱਚੋਂ ਹੀ ਦੇਖੇ ਜਾਣਗੇ ਕੁਐਸਚਨ। ਇਹ ਅਸੀਂ ਉਹਨਾਂ ਦੀ ਗੱਲ ਨਾਲ ਦੀ ਨਾਲ ਕਰੀ ਜਾਵਾਂਗੇ। ਇੱਕ ਵਿਦਿਆਰਥੀਓ ਇਹ ਕਿ ਕੁਝ ਵਿਦਿਆਰਥੀਆਂ ਨੇ ਮੇਰੇ ਨਾਲ ਗੱਲ ਕੀਤੀ ਸੀ ਕਿ ਸਰ ਸਾਨੂੰ ਕੁਝ ਚੀਜ਼ਾਂ ਸਮਝ ਨਹੀਂ ਲੱਗੀਆਂ। ਵਿਦਿਆਰਥੀਓ, ਜਿਹੜੀਆਂ ਤੁਹਾਨੂੰ ਸ਼ੰਕੇ ਹੈਗੇ ਆ, ਉਹ ਸ਼ੰਕੇ ਤੁਸੀਂ ਆਪਣੇ ਇਕੱਠੇ ਕਰ ਲਓਗੇ, ਕਿਉਂਕਿ ਆਪਣਾ ਗ੍ਰਾਮਰ ਦਾ ਕੰਮ ਹੈ ਜਿਹੜਾ ਸ਼ੁਰੂ ਹੋਇਆ ਵਾ, ਇਹਨੂੰ ਆਪਾਂ ਅੱਗੇ ਵਧਾ ਰਹੇ ਹਾਂ। ਜਿਹੜੇ ਪ੍ਰਸ਼ਨਾਂ ਦੀ ਤੁਹਾਨੂੰ ਸਮਝ ਨਹੀਂ ਲੱਗੀ, ਉਹਨਾਂ ਦੇ ਬਾਰੇ ਆਪਾਂ 1-2 ਲੈਕਚਰ ਲਾਸਟ ਦੇ ਵਿੱਚ ਦੇਵਾਂਗੇ, ਔਰ ਤੁਹਾਡੇ ਸਾਰੇ ਸ਼ੰਕੇ ਅਸੀਂ ਦੂਰ ਕਰਾਂਗੇ। ਪਹਿਲਾਂ ਕਿਉਂਕਿ ਅਸੀਂ ਵਿਆਕਰਨਕ ਇਕਾਈਆਂ ਦੀ ਗੱਲ ਕਰਨੀ ਸ਼ੁਰੂ ਕੀਤੀ ਸੀਗੀ। ਵਿਆਕਰਨਕ ਇਕਾਈਆਂ ਦੇ ਵਿੱਚ ਅਸੀਂ ਦੱਸਿਆ ਸੀਗਾ ਕਿ ਵਿਆਕਰਨ ਇਕਾਈਆਂ ਹੈ ਕਿੰਨੀ ਤਰ੍ਹਾਂ ਦੀਆਂ, ਕਿਹੜੀਆਂ ਇਕਾਈਆਂ ਜਿਨ੍ਹਾਂ ਦੇ ਆਧਾਰ ਦੇ ਉੱਪਰ ਅਸੀਂ ਸਾਡੇ ਵਿਆਕਰਨ ਦੀ ਗੱਲ ਕਰਦੇ ਹਾਂ। ਜਿਸ ਤਰ੍ਹਾਂ ਅਸੀਂ ਭਾਵਅੰਸ਼ ਦੀ ਗੱਲ ਕੀਤੀ ਸੀਗੀ, ਜਿਸ ਤਰ੍ਹਾਂ ਅਸੀਂ ਸ਼ਬਦ ਦੀ ਗੱਲ ਕੀਤੀ ਸੀਗੀ, ਉਪਵਾਕ ਦੀ ਗੱਲ ਕੀਤੀ ਸੀਗੀ, ਵਾਕੰਸ਼ ਦੀ ਗੱਲ ਕੀਤੀ ਸੀ, ਵਾਕ ਦੀ ਗੱਲ ਕੀਤੀ ਸੀ। ਪਹਿਲੇ ਲੈਕਚਰ ਦੇ ਵਿੱਚ ਇਹਨਾਂ ਬਾਰੇ ਆਪਾਂ ਸਾਰਿਆਂ ਬਾਰੇ ਗੱਲ ਕਰ ਚੁੱਕੇ ਹਾਂ। ਉਹਨਾਂ ਦੀ ਜਿਹੜੀ ਇੱਕ ਡੈਫੀਨੇਸ਼ਨ ਹੁੰਦੀ ਹੈ, ਇੱਕ ਪਰਿਭਾਸ਼ਾ ਹੁੰਦੀ ਹੈ, ਉਹਨੂੰ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਾਂ। ਕਿਉਂਕਿ ਅਸੀਂ ਉਸ ਪਹਿਲੇ ਜਿਹੜਾ ਸੀਗਾ ਲੈਕਚਰ, ਉਹਦੇ ਵਿੱਚ ਵਿਆਕਰਨਕ ਇਕਾਈਆਂ ਕਿਹੜੀਆਂ ਨੇ ਉਹਨਾਂ ਬਾਰੇ ਗੱਲ ਕੀਤੀ ਸੀ, ਤੇ ਉਸ ਤੋਂ ਬਾਅਦ ਇੱਕ ਵਿਆਕਰਨਕ ਇਕਾਈ ਜਿਹੜੀ ਸੀਗੀ ਭਾਵਅੰਸ਼, ਉਹਦਾ ਆਪਾਂ ਜ਼ਿਕਰ ਕੀਤਾ ਸੀ ਪਹਿਲੇ ਲੈਕਚਰ ਦੇ ਵਿੱਚ। ਦੂਸਰੇ ਲੈਕਚਰ ਦੇ ਵਿੱਚ ਵਿਦਿਆਰਥੀਓ, ਕਿਉਂਕਿ ਤੁਹਾਡਾ ਦੂਸਰਾ ਲੈਕਚਰ ਇੱਕ ਤਾਂ ਵਿਆਕਰਨਕ ਇਕਾਈ ਦਾ ਭਾਗ ਵੀ ਹੈ, ਦੂਸਰਾ ਇਹ ਪ੍ਰਸ਼ਨ ਹੈ ਜਿਹੜਾ ਵਾਕ ਵਾਲਾ, ਇਹਦੇ ਬਾਰੇ ਸਿੱਧੇ ਰੂਪ ਦੇ ਵਿੱਚ ਲੈਂਥੀ ਪ੍ਰਸ਼ਨ ਪੁੱਛਿਆ ਜਾਵੇਗਾ, ਜਿਵੇਂ ਕਿ ਵਾਕ ਦੀ ਪਰਿਭਾਸ਼ਾ ਦਿਓ ਅਤੇ ਵਾਕ ਦਾ ਵਰਗੀਕਰਨ ਕਰੋ। ਇਹਦੇ ਬਾਰੇ ਅੱਜ ਆਪਾਂ ਗੱਲ ਕਰਨੀ ਹੈ। ਅੱਜ ਦਾ ਲੈਕਚਰ ਆਪਣਾ ਇਹਦੇ ਉੱਪਰ ਨਿਰਧਾਰਤ ਹੋਊਗਾ। ਇਹਦੇ ਉੱਤੇ ਆਪਾਂ ਆਪਣੇ ਆਪ ਨੂੰ ਇੱਥੋਂ ਤੱਕ ਹੀ ਸੀਮਿਤ ਰੱਖਾਂਗੇ ਕਿ ਆਪਾਂ ਵਾਕ ਦੀ ਪਰਿਭਾਸ਼ਾ ਦੇਣੀ ਹੈ, ਔਰ ਜਿਹੜਾ ਵਾਕ ਦੀ ਪਰਿਭਾਸ਼ਾ ਦੇਣ ਤੋਂ ਬਾਅਦ ਅਸੀਂ ਵਾਕ ਦੇ ਵਰਗੀਕਰਨ ਨੂੰ ਦੇਖਾਂਗੇ, ਕਿੰਨਾ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਇੱਕ ਅਸੀਂ ਚਾਰਟ ਬਣਾ ਲਾਂਗੇ, ਚਾਰਟ ਨੂੰ ਅੱਗੇ ਦੱਸਾਂਗੇ ਕਿ ਇਹਦੇ ਵਿੱਚ ਆਹ ਪੋਰਸ਼ਨ, ਜਿਹੜੇ ਆਹ ਭਾਗ ਸ਼ਾਮਲ ਕੀਤੇ ਜਾਂਦੇ ਆ। ਸੋ ਵਿਦਿਆਰਥੀਓ, ਸਭ ਤੋਂ ਪਹਿਲਾਂ ਅੱਜ ਆਪਾਂ ਵਾਕ ਦੀ ਪਰਿਭਾਸ਼ਾ ਦੀ ਗੱਲ ਕਰਦੇ ਹਾਂ। ਤੁਹਾਨੂੰ ਮੈਂ ਉਸ ਦਿਨ ਵੀ ਦੱਸਿਆ ਸੀਗਾ ਕਿ ਜਿਹੜੀ ਵਿਆਕਰਨਕ ਇਕਾਈ ਹੈ, ਉਹਦੇ ਵਿੱਚ ਵਾਕ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਭ ਤੋਂ ਵੱਡੀ ਵਿਆਕਰਨਕ ਇਕਾਈ ਹੈ ਵਾਕ। ਜਿਹੜੀਆਂ ਬਾਕੀ ਵਿਆਕਰਨਕ ਇਕਾਈਆਂ ਨਾ, ਉਹ ਵਾਕ ਦੇ ਨਿਰਮਾਣ ਦੇ ਵਿੱਚ ਆਪਣਾ ਯੋਗਦਾਨ ਪਾਉਂਦੀਆਂ। ਜਿਵੇਂ ਭਾਵਅੰਸ਼ ਹੋ ਗਿਆ, ਭਾਵਅੰਸ਼ ਮਿਲ ਕੇ ਸ਼ਬਦ ਦਾ ਨਿਰਮਾਣ ਕਰਦਾ ਹੈ, ਸ਼ਬਦ ਮਿਲ ਕੇ ਵਾਕੰਸ਼ ਦਾ ਨਿਰਮਾਣ ਕਰਦੇ ਆ, ਵਾਕੰਸ਼ ਮਿਲ ਕੇ ਉਪਵਾਕ ਦਾ ਨਿਰਮਾਣ ਕਰਦੇ ਆ, ਤੇ ਉਪਵਾਕ ਮਿਲ ਕੇ ਵਾਕ ਦਾ ਨਿਰਮਾਣ ਕਰਦੇ ਆ। ਇਹ ਇੱਕ ਕੜੀਆਂ ਜਿਹੜੀਆਂ ਇੱਕ ਦੂਜੇ ਨਾਲ ਜੁੜਦੀਆਂ, ਜਾਂ ਆਪਾਂ ਇਹਨੂੰ ਕਿਸੇ ਢੰਗ ਨਾਲ ਮਰਜ਼ੀ ਦੇਖ ਲਓ ਤੁਸੀਂ, ਵੀ ਜਿਹੜਾ ਵਾਕ ਹੈਗਾ ਸੰਪੂਰਨ ਇਕਾਈ ਹੈ ਭਾਸ਼ਾ ਦੀ। ਸਭ ਤੋਂ ਵੱਡੀ ਵਿਆਕਰਨਕ ਇਕਾਈ ਹੈ ਭਾਸ਼ਾ ਦੀ। ਜੇ ਆਪਾਂ ਪੂਰਾ ਅਰਥ ਦੇਣਾ ਹੋਵੇ ਤਾਂ ਵਾਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹੈਗੇ ਤਾਂ ਸਾਡਾ ਇੱਕ ਪੂਰਾ ਮੁਕੰਮਲ ਅਰਥ ਇੱਕ ਵਾਕ ਦੇ ਦਿੰਦਾ। ਔਰ ਜੇ ਆਪਾਂ ਇਹਨੂੰ ਇੱਕ, ਜਿਵੇਂ ਤੁਹਾਡਾ ਨਾਵਲ ਸੀਗਾ, ਉਹਨੂੰ ਆਧਾਰ ਬਣਾ ਲਈਏ ਆਪਾਂ, ਵੀ ਨਾਵਲ ਜਿਹੜਾ ਨਾਨਕ ਸਿੰਘ ਦਾ ਲਿਖਿਆ ਹੋਇਆ ਨਾਵਲ ਸੀਗਾ, ਉਹ ਆਪਾਂ ਲੈਕਚਰਾਂ ਦੇ ਵਿੱਚ ਦੇਖਿਆ, ਪੜ੍ਹਿਆ ਆਪਾਂ, ਇੱਕ ਮਿਆਨ ਦੋ ਤਲਵਾਰਾਂ। ਉਸ ਨਾਵਲ ਦੀ ਜੇਕਰ ਛੋਟੀ ਤੋਂ ਛੋਟੀ ਇਕਾਈ ਭਾਸ਼ਾ ਦੇ ਲਿਹਾਜ਼ ਨਾਲ ਦੇਖੀ ਜਾਵੇ, ਭਾਵਅੰਸ਼ ਤੋਂ ਸ਼ਬਦ, ਸ਼ਬਦਾਂ ਤੋਂ
ਵਾਕਾਂਸ਼, ਵਾਕਾਂਸ਼ਾਂ ਤੋਂ ਉਪਵਾਕ, ਉਪਵਾਕਾਂ ਤੋਂ ਵਾਕ, ਵਾਕਾਂ ਨੇ ਮਿਲ ਕੇ ਪਹਿਰੇ ਬਣਾਏ, ਪਹਿਰਿਆਂ ਨੇ ਮਿਲ ਕੇ ਚੈਪਟਰ ਬਣਾਏ, ਤੇ ਚੈਪਟਰਾਂ ਨੇ ਮਿਲ ਕੇ ਸੰਯੁਕਤ ਨਾਵਲ ਦਾ ਇੱਕ ਰੂਪ ਦਿੱਤਾ। ਇਹ ਵੱਖ-ਵੱਖ ਕੜੀਆਂ ਹੁੰਦੀਆਂ ਵਿਦਿਆਰਥੀਓ ਜਿਹੜੀਆਂ ਜੁੜ ਕੇ ਭਾਸ਼ਾ ਦਾ ਨਿਰਮਾਣ ਕਰਦੀਆਂ। ਵਿਆਕਰਨ ਦੇ ਵਿੱਚ ਵਾਕ ਨੂੰ ਸਭ ਤੋਂ ਵੱਡੀ ਵਿਆਕਰਨਕ ਇਕਾਈ ਕਿਉਂ ਮੰਨਿਆ ਜਾਂਦਾ? ਕਿਉਂਕਿ ਵਿਆਕਰਨਕ ਇਕਾਈਆਂ ਦੇ ਵਿੱਚ ਵਾਕ ਤੱਕ ਜਦੋਂ ਗੱਲ ਪਹੁੰਚ ਜਾਂਦੀ ਹੈ ਤਾਂ ਇੱਕ ਜਿਹੜੀ ਤੁਹਾਡਾ ਮੈਸੇਜ ਹੈਗਾ, ਇੱਕ ਤੁਹਾਡਾ ਸੁਨੇਹਾ ਹੈਗਾ, ਇੱਕ ਵਾਕ ਦੇ ਰੂਪ ਦੇ ਵਿੱਚ, ਮੁਕੰਮਲ ਰੂਪ ਦੇ ਵਿੱਚ ਤੁਹਾਡੀ ਜਿਹੜੀ ਜਿਹੜੀ ਚੀਜ਼ ਤੁਸੀਂ ਕਹਿਣਾ ਚਾਹੁੰਦੇ ਹੋ, ਜਿਹੜੇ ਅਰਥਾਂ ਦੀ ਤੁਸੀਂ ਗੱਲ ਕਰਦੇ ਹੋ, ਉਹ ਅਰਥ ਦੂਸਰੇ ਵਿਅਕਤੀ ਤੱਕ ਪਹੁੰਚ ਜਾਂਦੇ ਆ। ਠੀਕ ਹੈ, ਸੋ ਇਸ ਕਰਕੇ ਆਪਾਂ ਜਿਹੜੀ ਵਾਕ ਦੀ ਗੱਲ ਹੀ ਕਰਦੇ ਹਾਂ, ਤੇ ਇਹ ਬਹੁਤ ਮਹੱਤਵਪੂਰਨ ਪ੍ਰਸ਼ਨ ਵੀ ਹੈਗਾ ਔਰ ਜਿਹਦਾ ਤੁਸੀਂ ਆਨਸਰ ਦੇਣਾ ਹੋਊਗਾ। ਦੇਖੋ, ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਵਾਕ ਭਾਸ਼ਾ ਦੀ ਵਿਆਕਰਨਕ ਪੱਧਰ ਤੇ ਸਭ ਤੋਂ ਵੱਡੀ ਇਕਾਈ ਵਿਆਕਰਨਕ ਇਕਾਈ ਹੈ। ਜਦੋਂ ਭਾਸ਼ਾ ਦੇ ਪੱਧਰ ਤੇ ਦੇਖਦੇ ਨਾ, ਵਿਆਕਰਨ ਦੇ ਪੱਧਰ ਤੇ ਦੇਖਦੇ ਹਾਂ ਆਪਾਂ, ਤਾਂ ਵਿਆਕਰਨ ਦੇ ਪੱਧਰ ਦੇ ਉੱਪਰ ਵਾਕ ਭਾਸ਼ਾ ਦੀ ਸਭ ਤੋਂ ਵੱਡੀ ਵਿਆਕਰਨਕ ਇਕਾਈ ਹੈ। ਇਹ ਗੱਲ ਚੇਤਾ ਰੱਖਿਓ। ਕਈ ਵਾਰੀ ਪ੍ਰਸ਼ਨ ਤੁਹਾਨੂੰ ਸ਼ਾਰਟ ਕੁਐਸਚਨ ਆ ਜਾਂਦਾ ਵੀ ਭਾਸ਼ਾ ਦੀ ਸਭ ਤੋਂ ਵੱਡੀ ਵਿਆਕਰਨਕ ਇਕਾਈ ਕਿਹੜੀ ਹੈ, ਤੇ ਤੁਸੀਂ ਨਿਰਸੰਕੋਚ ਲਿਖੋਗੇ ਕਿ ਵਾਕ ਭਾਸ਼ਾ ਦੀ ਸਭ ਤੋਂ ਵੱਡੀ ਵਿਆਕਰਨਕ ਇਕਾਈ ਹੈ। ਤੁਹਾਡੇ ਦਿਮਾਗ ਦੇ ਵਿੱਚ ਬੈਠ ਜਾਣੀ ਚਾਹੀਦੀ ਹੈ ਗੱਲ, ਤੁਹਾਨੂੰ ਸਮਝ ਲੈਣੀ ਚਾਹੀਦੀ ਹੈ ਗੱਲ। ਹੁਣ ਅਸੀਂ ਵੱਖ-ਵੱਖ ਜਿਹੜੇ ਸਾਡੇ ਵਿਦਵਾਨ ਹੈ ਨਾ, ਮੈਂ ਇਸ ਚੀਜ਼ ਨੂੰ ਤਿੰਨ ਪੱਧਰਾਂ ਤੇ ਦੇਖਿਆ ਵਿਦਿਆਰਥੀਓ। ਇੱਕ ਤਾਂ ਸਾਡੇ ਜਿਹੜੇ ਭਾਰਤੀ ਵਿਦਵਾਨ ਹੈ, ਉਹਨਾਂ ਦੀ ਨਜ਼ਰ ਦੇ ਵਿੱਚ ਵਾਕ ਦੀ ਪਰਿਭਾਸ਼ਾ ਕਿਸ ਤਰ੍ਹਾਂ ਦਿੱਤੀ ਗਈ ਹੈ, ਸਾਡੇ ਪੰਜਾਬੀ ਭਾਸ਼ਾ ਵਿਗਿਆਨੀਆਂ ਨੇ ਵਾਕ ਦੀ ਪਰਿਭਾਸ਼ਾ ਕਿਵੇਂ ਦਿੱਤੀ ਹੈ, ਤੇ ਸਾਡੇ ਜਿਹੜੇ ਵਰਲਡ ਦੇ ਭਾਸ਼ਾ ਵਿਗਿਆਨੀ ਹੈ, ਇੰਗਲੈਂਡ ਦੇ ਹੋਣਗੇ, ਫਰਾਂਸ ਦੇ ਹੋਣਗੇ, ਫ੍ਰੈਂਚ, ਇੰਗਲਿਸ਼ ਵਾਲੇ, ਇਹਨਾਂ ਲੋਕਾਂ ਨੇ ਵਾਕ ਦੀ ਪਰਿਭਾਸ਼ਾ ਕਿਵੇਂ ਦਿੱਤੀ ਹੈ, ਉਹਦੀ ਸਾਰੀ ਆਪਾਂ ਗੱਲ ਕਰਾਂਗੇ ਔਰ ਇਹ ਡੈਫੀਨੇਸ਼ਨਸ ਅਲੱਗ-ਅਲੱਗ ਢੰਗ ਦੇ ਨਾਲ ਦੇਖਾਂਗੇ। ਤੁਸੀਂ ਜਦੋਂ ਵਾਕ ਦੀ ਗੱਲ ਕਰੋਗੇ, ਵਾਕ ਦੀ ਗੱਲ ਸ਼ੁਰੂ ਕਰਨ ਤੋਂ ਬਾਅਦ ਫਿਰ ਦੱਸੋਗੇ ਕਿ ਜਿਹੜੀ ਭਾਸ਼ਾ ਵਿਗਿਆਨੀਆਂ ਦੀ ਨਜ਼ਰ ਦੇ ਵਿੱਚ, ਭਾਸ਼ਾ ਵਿਗਿਆਨੀ ਜਾਂ ਵਿਦਵਾਨਾਂ ਦੀ ਨਜ਼ਰ ਦੇ ਵਿੱਚ ਵਾਕ ਕੀ ਹੈ, ਉਹਦੀ ਪਰਿਭਾਸ਼ਾ ਕੀ ਬਣਦੀ ਹੈ। ਜੇ ਹੁਣ ਆਪਾਂ ਸਭ ਤੋਂ ਪਹਿਲੀ ਤੁਹਾਡੇ ਦੇਖ ਰਹੇ ਹੈਗੇ ਆ, ਭਾਸ਼ਾ ਵਿਗਿਆਨੀ ਬਲੂਮਫੀਲਡ ਵਾਕ ਬਾਰੇ ਕੀ ਗੱਲ ਕਰਦਾ? ਵਾਕ ਬਾਰੇ ਕਹਿੰਦਾ ਹੈ, ਵਾਕ ਇੱਕ ਸੁਤੰਤਰ ਭਾਸ਼ਿਕ ਰੂਪ ਹੈ ਜੋ ਕਿਸੇ ਹੋਰ ਵੱਡੇ ਭਾਸ਼ਾਈ ਰੂਪ ਦਾ ਅੰਗ ਨਹੀਂ ਹੁੰਦਾ। ਗੱਲ ਸਪਸ਼ਟ ਕੀਤੀ ਹੈ, ਗੱਲ ਉਹੀ ਕੀਤੀ ਹੈ ਜਿਹੜੀ ਆਪਾਂ ਕਹਿਣੀ ਚਾਹੁੰਦੇ ਆ। ਸਿਰਫ ਇਸ ਗੱਲ ਨੂੰ ਇਹਨੇ ਆਪਣੇ ਢੰਗ ਦੇ ਨਾਲ ਕਹਿਤਾ ਬਲੂਮਫੀਲਡ ਨੇ। ਨਾ ਯਾਦ ਰੱਖਣਾ ਬਲੂਮਫੀਲਡ ਕੀ ਕਹਿ ਰਿਹਾ, ਕਹਿੰਦਾ ਵਾਕ ਇੱਕ ਸੁਤੰਤਰ ਭਾਸ਼ਿਕ ਰੂਪ ਹੈ। ਇਹ ਤਾਂ ਆਪਾਂ ਪਹਿਲਾਂ ਵੀ ਗੱਲ ਕਹੀ ਕਿ ਵਾਕ ਸਭ ਤੋਂ ਵੱਡੀ ਇਕਾਈ ਹੈ। ਸੁਤੰਤਰ ਇਸ ਕਰਕੇ ਹੈ ਕਿਉਂਕਿ ਇਹਦੇ ਨਾਲ ਇੱਕ ਮੈਸੇਜ ਮਿਲ ਜਾਂਦਾ ਪੂਰੇ ਦਾ ਪੂਰਾ ਮੁਕੰਮਲ ਰੂਪ ਦੇ ਵਿੱਚ। ਕਿਸੇ ਹੋਰ ਭਾਸ਼ਾਈ ਰੂਪ ਦੀ ਲੋੜ ਨਹੀਂ ਪੈਂਦੀ, ਭਾਸ਼ਾਈ ਇਕਾਈ ਦੀ ਲੋੜ ਨਹੀਂ ਪੈਂਦੀ ਵਾਕ ਨੂੰ, ਕਿ ਆਪਣਾ ਜਿਹੜਾ ਮੈਸੇਜ ਆ ਉਹ ਕਲੀਅਰ ਕਰਨ ਦੇ ਵਿੱਚ। ਇਸ ਕਰਕੇ ਵਾਕ ਇੱਕ ਮੁਕੰਮਲ ਸੁਤੰਤਰ ਭਾਸ਼ਿਕ ਰੂਪ ਹੈ। ਇਹ ਕਿਸੇ ਹੋਰ ਵੱਡੇ ਭਾਸ਼ਾਈ ਰੂਪ ਦਾ ਅੰਗ ਨਹੀਂ ਹੁੰਦਾ। ਜਿਵੇਂ ਆਪਾਂ ਇਹਨੂੰ ਮੈਂ ਸਮਝਾਉਣਾ ਤੁਹਾਨੂੰ, ਜਦੋਂ ਅਸੀਂ ਇਕੱਲੇ ਵਾਕਾਂਸ਼ ਬੋਲੀ ਜਾਂਦੇ ਆ, ਉਹਨਾਂ ਦਾ ਕਈ ਅਰਥ ਨਹੀਂ ਸਮਝ ਲੱਗਦਾ, ਫਿਰ ਅਸੀਂ ਵਾਕਾਂਸ਼ ਦੇ ਸਾਰੇ ਪਾਰਟਸ ਨੂੰ ਜਦੋਂ ਜੋੜਦੇ ਆ ਇੱਕ ਵਾਕ ਦੇ ਰੂਪ ਦੇ ਵਿੱਚ, ਫਿਰ ਸਾਨੂੰ ਉਹ ਸਮਝ ਲੱਗਦਾ। ਠੀਕ ਹੈ ਨਾ। ਸੋ ਇਸ ਕਰਕੇ ਇਹ ਬਲੂਮਫੀਲਡ ਕਹਿੰਦਾ ਹੈ ਕਿ ਵਾਕ ਇੱਕ ਸੁਤੰਤਰ ਭਾਸ਼ਿਕ ਰੂਪ ਹੈ ਜੋ ਕਿਸੇ ਹੋਰ ਵੱਡੇ ਭਾਸ਼ਾਈ ਰੂਪ ਦਾ ਅੰਗ ਨਹੀਂ ਹੁੰਦਾ। ਦੂਸਰਾ ਭਾਸ਼ਾ ਵਿਗਿਆਨੀ ਹੈ ਜਿਹੜਾ, ਆਪਾਂ ਸਾਰੇ ਭਾਸ਼ਾ ਵਿਗਿਆਨੀ ਦੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਫਿਰ ਤੁਹਾਨੂੰ ਮੁਕੰਮਲ ਰੂਪ ਦੇ ਵਿੱਚ ਇਹ ਚੀਜ਼ ਸਮਝ ਲੱਗ ਜੂਗੀ। ਭਾਸ਼ਾ ਵਿਗਿਆਨੀ ਇੱਕ ਹੋਰ ਹੈ ਲਾਇਨਜ਼। ਇਹ ਕੀ ਕਹਿੰਦਾ? ਇਹ ਭਾਸ਼ਾ ਵਿਗਿਆਨੀ, ਪੱਛਮ ਦਾ ਭਾਸ਼ਾ ਵਿਗਿਆਨੀ, ਬਹੁਤ ਤਕੜਾ ਇਸ ਬੰਦੇ ਨੇ ਭਾਸ਼ਾ ਦੇ ਬਾਰੇ ਗੱਲ ਕੀਤੀ ਆ। ਇਹਦੀ ਬੁੱਕ ਕਾਫੀ ਪਪੂਲਰ ਹੋਈਆਂ ਗਈਆਂ ਭਾਸ਼ਾ ਦੇ ਖੇਤਰ ਦੇ ਵਿੱਚ। ਵਾਕ ਦੀ ਗੱਲ ਕਰਦੇ ਹੋਏ ਕੀ ਕਹਿੰਦੇ ਆ, ਵਾਕ ਵਿਆਕਰਨਕ ਵਿਸ਼ਲੇਸ਼ਣ ਦੀ ਸਭ ਤੋਂ ਵੱਡੀ ਇਕਾਈ ਹੈ। ਜਦੋਂ ਅਸੀਂ ਕਿਸੇ ਚੀਜ਼ ਦੀ ਖੋਜ ਕਰਦੇ ਹਾਂ, ਕਿਸੇ ਚੀਜ਼ ਦਾ ਵਿਸ਼ਲੇਸ਼ਣ ਕਰਦੇ ਹਾਂ, ਤੇ ਉਸ ਸਮੇਂ ਜਦੋਂ ਭਾਸ਼ਾ ਜਾਂ ਵਿਆਕਰਨ ਦੀ ਗੱਲ ਕਰਦੇ ਹਾਂ, ਤਾਂ ਵਿਆਕਰਨਕ ਪੱਧਰ ਦੇ ਉੱਪਰ ਸਭ ਤੋਂ ਵੱਡੀ ਇਕਾਈ ਹੈਗੀ ਆ ਉਹ ਵਾਕ ਹੈ। ਇਹ ਲੈਂਜ਼ ਨੇ ਕਿਹਾ, ਉੱਪਰ ਬਲੂਮਫੀਲਡ ਨੇ ਕਿਹਾ, ਗੱਲ ਉਹੀ ਹੈ। ਥੋੜਾ ਜਿਹਾ ਇਹਨਾਂ ਦਾ ਕਹਿਣ ਦਾ ਢੰਗ ਵੱਖਰਾ, ਤੇ ਤੁਸੀਂ ਇਹ ਦੋਨੇ ਚੀਜ਼ਾਂ ਦੀ ਜਿਹੜੀ ਵੱਖਰਤਾ ਹੈਗੀ ਇਹਨੂੰ ਨੋਟ ਕਰ ਲੈਣਾ, ਕਿਉਂਕਿ ਜਦੋਂ ਅਸੀਂ ਫਾਈਨਲ ਐਗਜ਼ਾਮ ਦੇ ਵੀ ਬੈਠਾਂਗੇ, ਕੰਪੀਟੀਸ਼ਨ ਦੇ ਐਗਜ਼ਾਮ ਦੇ ਵਿੱਚ ਅਪੀਅਰ ਹੋਵਾਂਗੇ, ਉਦੋਂ ਜਦੋਂ ਇਹਨਾਂ ਲੋਕਾਂ ਨੂੰ ਤੁਸੀਂ ਅੰਡਰਲਾਈਨ ਕਰਕੇ ਲਿਖੋਗੇ ਤਾਂ ਤੁਹਾਡੇ ਜਦੋਂ ਪੇਪਰ ਮਾਰਕ ਹੋਣਗੇ ਤਾਂ ਇਹ ਚੀਜ਼ਾਂ ਨੋਟ ਕੀਤੀਆਂ ਜਾਣਗੀਆਂ ਕਿ ਵਿਦਿਆਰਥੀਆਂ ਨੂੰ ਘੱਟੋ ਘੱਟ ਇਹ ਚੀਜ਼ ਦਾ ਪਤਾ ਹੈਗਾ ਕਿ ਵਰਲਡ ਲੈਵਲ ਦੇ ਉੱਪਰ ਵਾਕ ਦੀ ਪਰਿਭਾਸ਼ਾ ਕਿਸ ਤਰ੍ਹਾਂ ਨਿਸ਼ਚਿਤ ਕੀਤੀ ਗਈ ਹੈ। ਹੁਣ ਸਾਡੇ ਪੰਜਾਬੀ ਦੇ ਭਾਸ਼ਾ ਵਿਗਿਆਨੀ ਡਾਕਟਰ ਹਰਕੀਰਤ ਸਿੰਘ, ਇਹਨਾਂ ਨੇ ਭਾਸ਼ਾ ਦੇ ਖੇਤਰ ਦੇ ਵਿੱਚ ਬਹੁਤ ਕਾਰਜ ਕੀਤਾ, ਬਹੁਤ ਕੰਮ ਕੀਤਾ। ਡਾਕਟਰ ਹਰਕੀਰਤ ਸਿੰਘ ਦੀ ਨਜ਼ਰ ਦੇ ਵਿੱਚ ਵਾਕ ਕੀ ਹੈ? ਅਜਿਹਾ ਬੋਲ ਜੋ ਬਿਨਾਂ ਕਿਸੇ ਦੂਜੇ ਬੋਲ ਦੀ ਸਹਾਇਤਾ ਦੇ ਪੂਰੇ ਅਰਥ ਦੇਵੇ, ਉਹ ਵਾਕ ਹੈ। ਉਹੀ ਗੱਲ ਆ ਗਈ। ਉੱਪਰਲੇ ਨੂੰ ਆਪਾਂ
ਚੰਗੀ ਤਰ੍ਹਾਂ ਇਹਨਾਂ ਦੀ ਜਦੋਂ ਗੱਲ ਕਰਦੇ ਹੈਗੇ ਆ, ਵਿਆਖਿਆ ਕਰਾਂਗੇ ਤਾਂ ਇਹੀ ਗੱਲ ਨਿਕਲੂਗੀ। ਇੱਕ ਅਜਿਹਾ ਬੋਲ, ਇੱਕ ਅਜਿਹਾ ਸ਼ਬਦਾਂ ਦਾ ਸੰਗ੍ਰਹਿ, ਜਦੋਂ ਤੁਸੀਂ ਉਹਨੂੰ ਬੋਲ ਦਿੰਦੇ ਹੋ ਤੇ ਦੂਸਰਾ ਬੰਦਾ ਜਦੋਂ ਉਹਨੂੰ ਸੁਣਦਾ ਹੈ ਤਾਂ ਉਹ ਪੂਰੇ ਅਰਥ ਲੈ ਲਵੇ, ਉਹ ਵਾਕ ਹੈ। ਅਜਿਹਾ ਬੋਲ ਜੋ ਬਿਨਾਂ ਕਿਸੇ ਦੂਜੇ ਬੋਲ ਦੀ ਸਹਾਇਤਾ ਦੇ ਪੂਰੇ ਅਰਥ ਦੇਵੇ, ਉਹ ਵਾਕ ਹੈ। ਇੱਕ ਸਾਡਾ ਸੰਸਕ੍ਰਿਤ ਦਾ ਵਿਦਵਾਨ ਹੋਇਆ ਪਤੰਜਲੀ, ਔਰ ਇਹਦੇ ਮੁਤਾਬਕ ਕੀ ਹੈ ਭਾਸ਼ਾ ਵਿਗਿਆਨ, ਵਾਕ ਕੀ ਹੈ? ਇਹ ਵੀ ਇੱਕ ਭਾਸ਼ਾ ਵਿਗਿਆਨੀ ਹੋਇਆ ਸਾਡਾ। ਪੂਰਨ ਅਰਥਾਂ ਦੇ ਸੰਚਾਰ ਕਰਨ ਵਾਲੇ ਸ਼ਬਦ ਸਮੂਹ ਨੂੰ ਵਾਕ ਕਿਹਾ ਜਾਂਦਾ ਹੈ। ਆ ਵਿਦਿਆਰਥੀਓ, ਬਹੁਤ ਟੌਪ ਦੀ ਉਦਾਹਰਨ ਹੈ ਜਿਹੜੀ ਆਪਾਂ ਹੁਣ ਤੱਕ ਗੱਲ ਕੀਤੀ ਹੈ, ਸਾਰੇ ਦਾ ਨਿਚੋੜ ਹੈ। ਪਤੰਜਲੀ ਕਹਿੰਦਾ ਹੈ ਪੂਰਨ ਅਰਥਾਂ ਦੇ ਸੰਚਾਰ ਕਰਨ ਵਾਲੇ ਸ਼ਬਦ ਸਮੂਹ ਨੂੰ ਵਾਕ ਕਿਹਾ ਜਾਂਦਾ ਹੈ। ਦੇਖੋ, ਵਾਕ ਹੈ ਤਾਂ ਸ਼ਬਦਾਂ ਦਾ ਸਮੂਹ ਹੀ ਹੈ ਨਾ। ਸੋ ਜਦੋਂ ਤੁਹਾਡੇ ਤੱਕ ਪੂਰਨ ਰੂਪ ਦੇ ਵਿੱਚ ਅਰਥ ਪਹੁੰਚ ਜਾਣ, ਤੁਹਾਡੇ ਤੱਕ ਇੱਕ ਮੈਸੇਜ ਦਾ ਸੰਚਾਰ ਹੋ ਜਾਵੇ, ਉਸ ਮੈਸੇਜ ਨੂੰ ਇਕੱਠਾ ਕਰਨ ਵਾਲੇ ਸ਼ਬਦ ਸਮੂਹ ਨੂੰ ਵਾਕ ਕਿਹਾ ਜਾਂਦਾ। ਪਤੰਜਲੀ ਕਹਿੰਦਾ ਹੈ ਪੂਰਨ ਅਰਥਾਂ ਦੇ ਸੰਚਾਰ ਕਰਨ ਵਾਲੇ ਸ਼ਬਦ ਸਮੂਹ ਨੂੰ ਵਾਕ ਕਿਹਾ ਜਾਂਦਾ। ਇਹ ਸਾਡੀਆਂ 4 ਜਿਹੜੀਆਂ ਅਸੀਂ ਕੋਟੇਸ਼ਨਾਂ ਸੀ ਵਿਦਿਆਰਥੀਓ, 4 ਅਸੀਂ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਦਿੱਤੀਆਂ ਵਾਕ ਨੂੰ ਸਮਝਣ ਦੇ ਲਈ। ਕਈ ਵਾਰੀ ਵਾਕ ਦੇ ਬਾਰੇ, ਵਾਕ ਦੀ ਪਰਿਭਾਸ਼ਾ ਲਿਖੋ, ਕਿਸੇ ਮਰਜ਼ੀ ਇੱਕ ਵਿਦਵਾਨ ਦੀ ਪਰਿਭਾਸ਼ਾ ਲਿਖ ਦਿਓ ਤੇ ਉਦੋਂ ਬਾਅਦ ਆਪਣਾ ਰਿਜ਼ਲਟ ਕੱਢੋ, 2 ਨੰਬਰ ਦਾ ਕੁਐਸਚਨ ਹੁੰਦਾ। ਹੁਣ ਇਹਨੇ ਸਾਰੀਆਂ ਪਰਿਭਾਸ਼ਾਵਾਂ ਦੇ ਵਿੱਚੋਂ ਆਪਾਂ ਕੀ ਰਿਜ਼ਲਟ ਕੱਢ ਰਹੇ ਹਾਂ, ਆਪਾਂ ਇਹਦਾ ਛਿੱਟਾ ਕੀ ਕੱਢ ਰਹੇ ਹਾਂ, ਆਪਾਂ ਆਪਣੀ ਪਰਿਭਾਸ਼ਾ ਕੀ ਤਿਆਰ ਕਰ ਰਹੇ ਹਾਂ, ਉਹ ਇਹ ਹੈ ਉਪਰੋਕਤ ਪਰਿਭਾਸ਼ਾਵਾਂ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਵਾਕ ਭਾਸ਼ਾ ਦੀ ਵੱਡੀ ਤੋਂ ਵੱਡੀ ਸੁਤੰਤਰ ਤੇ ਸਾਰਥਕ ਇਕਾਈ ਹੈ। ਆਪਾਂ 2 ਚੀਜ਼ਾਂ ਕੱਢੀਆਂ, ਇੱਕ ਤਾਂ ਵੱਡੀ ਤੋਂ ਵੱਡੀ ਹੈ, ਦੂਜੀ ਸਾਰਥਕ। ਸਾਰਥਕ ਹੁੰਦੇ ਜਿਹਦੇ ਅਰਥ ਹੋਣ, ਜੋ ਆਪਣੇ ਤੋਂ ਵੱਡੀ ਕਿਸੇ ਹੋਰ ਇਕਾਈ ਦਾ ਭਾਗ ਨਹੀਂ ਬਣ ਸਕਦੀ। ਆਪਣੇ ਤੋਂ ਵੱਡੀ ਕੋਈ ਇਹਦੀ ਇਕਾਈ ਨਹੀਂ ਹੁੰਦੀ ਕਿ ਜਿਹਦੇ ਅਧੀਨ ਇਹ ਵਿਚਰ ਸਕੇ, ਇਹ ਸੁਤੰਤਰ ਹੈ। ਸਗੋਂ ਹੋਰ ਇਕਾਈਆਂ ਇਸ ਦਾ ਭਾਗ ਬਣ ਸਕਦੀਆਂ, ਜਿਹੜੀ ਗੱਲ ਆਪਾਂ ਸਮਝਾਉਣੀ ਹੈ ਇੱਥੇ। ਇਹਨੂੰ ਧਿਆਨ ਨਾਲ ਇੱਕ ਵਾਰੀ ਪੜ੍ਹਿਓ ਤੁਸੀਂ, ਚੰਗੀ ਤਰ੍ਹਾਂ ਤੁਹਾਨੂੰ ਸਮਝ ਲੱਗੂਗੀ ਇਹ। ਦੇਖੋ ਕਿ ਜਿਹੜੀਆਂ ਹੋਰ ਇਕਾਈਆਂ, ਜਿਵੇਂ ਹੋ ਗਿਆ ਭਾਵੰਸ਼ ਹੋ ਗਿਆ, ਜਿਵੇਂ ਸ਼ਬਦ ਹੋ ਗਿਆ, ਜਿਵੇਂ ਵਾਕਾਂਸ਼ ਹੋ ਗਿਆ, ਜਿਵੇਂ ਉਪਵਾਕ ਹੋ ਗਿਆ, ਸਾਰੀਆਂ ਇਸ ਦਾ ਭਾਗ ਬਣ ਸਕਦੀਆਂ, ਪਰ ਵਾਕ ਕਿਸੇ ਦਾ ਭਾਗ ਨਹੀਂ ਬਣ ਸਕਦੀ। ਸਮਝ ਰਹੇ ਹੋ ਨਾ? ਇਹਨਾਂ ਸਾਰੀਆਂ ਪਰਿਭਾਸ਼ਾਵਾਂ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਵਾਕ ਭਾਸ਼ਾ ਦੀ ਵੱਡੀ ਤੋਂ ਵੱਡੀ ਸੁਤੰਤਰ ਤੇ ਸਾਰਥਕ ਇਕਾਈ ਹੈ, ਜੋ ਆਪਣੇ ਤੋਂ ਵੱਡੀ ਕਿਸੇ ਹੋਰ ਇਕਾਈ ਦਾ ਭਾਗ ਨਹੀਂ ਬਣ ਸਕਦੀ, ਸਗੋਂ ਹੋਰ ਇਕਾਈਆਂ ਇਸ ਦਾ ਭਾਗ ਬਣ ਸਕਦੀਆਂ। ਇਹਨੂੰ ਧਿਆਨ ਨਾਲ ਦੇਖ ਲਿਓ। ਇੱਥੋਂ ਤੱਕ ਆਪਾਂ ਡੈਫੀਨੇਸ਼ਨ ਦੀ ਗੱਲ ਕੀਤੀ ਹੈ, ਪਰਿਭਾਸ਼ਾ ਦੀ ਗੱਲ ਕੀਤੀ ਹੈ। ਹੁਣ ਆਪਾਂ ਵਾਕ ਦਾ ਵਰਗੀਕਰਨ ਕਰ ਰਹੇ ਹਾਂ ਵਿਦਿਆਰਥੀਓ। ਇਹ ਥੋੜਾ ਜਿਹਾ ਧਿਆਨ ਦੇ ਨਾਲ ਤੁਸੀਂ ਨੋਟ ਕਰੋਗੇ। ਸਭ ਤੋਂ ਪਹਿਲਾਂ ਅਸੀਂ ਇੱਕ ਚਾਰਟ ਬਣਾ ਰਹੇ ਹਾਂ ਵਾਕ ਦਾ ਵਰਗੀਕਰਨ। ਵਾਕ ਦਾ ਵਰਗੀਕਰਨ 2 ਪੱਧਰਾਂ ਤੇ ਹੋ ਰਿਹਾ ਹੈ। ਨੰਬਰ 1 ਰੂਪ ਦੇ ਆਧਾਰ ਤੇ, ਨੰਬਰ 2 ਕਾਰਜ ਦੇ ਆਧਾਰ ਤੇ। ਹੁਣ ਵਿਦਿਆਰਥੀਓ ਤੇ ਛੋਟੇ ਕੁਐਸਚਨ ਵੀ ਨਿਕਲਣਗੇ। ਤੁਹਾਨੂੰ ਪੁੱਛ ਲਿਆ ਜਾਂਦਾ ਕਿ ਰੂਪ ਦੇ ਆਧਾਰ ਤੇ ਵਾਕ ਦਾ ਵਰਗੀਕਰਨ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਠੀਕ ਹੈ, ਉਹ ਅਸੀਂ ਅੱਗੇ ਕੀਤਾ। ਰੂਪ ਦੇ ਆਧਾਰ ਤੇ 3 ਵਰਗੀਕਰਨ ਹੈ, ਸਧਾਰਨ ਵਾਕ, ਸੰਯੁਕਤ ਵਾਕ, ਮਿਸ਼ਰਤ ਵਾਕ। ਠੀਕ ਹੈ, ਰੂਪ ਦੇ ਆਧਾਰ ਤੇ। ਹੁਣ ਆਪਾਂ ਜੇ ਉਹਨਾਂ ਨੇ ਪੁੱਛ ਲਿਆ ਕਾਰਜ ਦੇ ਆਧਾਰ ਤੇ ਉਹ ਆਪਾਂ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਕਿ ਕਾਰਜ ਦੇ ਆਧਾਰ ਤੇ ਵੀ 3 ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਠੀਕ ਹੈ, 3 ਤੋਂ ਵੱਧ ਵੀ ਵੰਡਿਆ ਜਾ ਸਕਦਾ। ਵੈਸੇ ਤਾਂ ਉਹਦੇ ਚ 3 ਮੁੱਖ ਰੂਪ ਹੈ ਹਨਾ। ਆ ਦੇਖੋ, ਰੂਪ ਦੇ ਆਧਾਰ ਤੇ ਪਹਿਲਾਂ, ਫਿਰ ਕਾਰਜ ਦੇ ਆਧਾਰ ਤੇ। ਜੇ ਤੁਹਾਨੂੰ ਪੁੱਛਿਆ ਜਾਵੇ ਕਿ ਵਾਕ ਦਾ ਵਰਗੀਕਰਨ ਕਿੰਨੇ ਭਾਗਾਂ ਚ ਕੀਤਾ ਜਾ ਸਕਦਾ, ਛੋਟਾ ਕੁਐਸਚਨ ਆ ਗਿਆ, ਤਾਂ ਤੁਸੀਂ ਦੱਸੋਗੇ ਰੂਪ ਦੇ ਆਧਾਰ ਤੇ ਕਾਰਜ ਦੇ ਆਧਾਰ ਤੇ। ਹੁਣ ਆਪਾਂ ਇਹਨਾਂ ਦਾ ਵਿਸਥਾਰ ਦਿੰਦੇ ਹਾਂ, ਦੋਨਾਂ ਦਾ। ਸਭ ਤੋਂ ਪਹਿਲਾਂ ਆਪਾਂ ਰੂਪ ਦੇ ਆਧਾਰ ਤੇ ਗੱਲ ਕਰਦੇ ਹਾਂ ਕਿ ਰੂਪ ਦੇ ਆਧਾਰ ਦੇ ਉੱਪਰ ਵਾਕ ਦੀ ਵੰਡ ਕਿਵੇਂ ਕੀਤੀ ਜਾ ਸਕਦੀ ਹੈ। ਰੂਪ ਦੇ ਆਧਾਰ ਤੇ ਵਾਕ ਨੂੰ 3 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ। ਨੰਬਰ 1 ਸਧਾਰਨ ਵਾਕ, ਨੰਬਰ 2 ਸੰਯੁਕਤ ਵਾਕ, ਨੰਬਰ 3 ਮਿਸ਼ਰਤ ਵਾਕ। ਹੁਣ ਇਹ 3 ਪਾਰਟਸ ਦੀ ਆਪਾਂ ਗੱਲ ਕਰਾਂਗੇ, 3 ਦੀ ਡੈਫੀਨੇਸ਼ਨ ਦੇ ਦਿਆਂਗੇ। 3 ਦੀ ਡੈਫੀਨੇਸ਼ਨ ਦੇਣ ਤੋਂ ਬਾਅਦ ਅਸੀਂ ਇਹਨਾਂ ਨੂੰ ਅੱਗੇ, ਇਹਨਾਂ ਦਾ ਵਰਗੀਕਰਨ ਕੀਤਾ ਜਾ ਸਕਦਾ ਕਿ ਉੱਥੇ ਤੱਕ ਹੀ ਬੰਦ ਕੀਤਾ ਜਾ ਸਕਦਾ, ਇਹਦੇ ਬਾਰੇ ਗੱਲ ਕਰ ਲਾਂਗੇ। ਸਭ ਤੋਂ ਪਹਿਲਾਂ ਅਸੀਂ ਸਧਾਰਨ ਵਾਕ ਦੀ ਗੱਲ ਕਰਦੇ ਹਾਂ ਵਿਦਿਆਰਥੀਓ। ਸਧਾਰਨ ਵਾਕ ਦੇ ਵਿੱਚੋਂ ਸ਼ਾਰਟ ਕੁਐਸਚਨ ਵੀ ਨਿਕਲਣਗੇ ਤੇ ਲੈਂਥੀ ਕੁਐਸਚਨ ਤਾਂ ਹੈਗੇ ਕਿ ਕਈ ਵਾਰੀ ਇਕੱਲੇ ਸਧਾਰਨ ਵਾਕ ਬਾਰੇ ਹੀ ਪੁੱਛ ਲਿਆ ਜਾਂਦਾ। ਇਹਦੇ ਬਾਰੇ ਵਿਸਥਾਰ ਦੇ ਵਿੱਚ ਦਿੱਤਾ ਹੋਇਆ ਹੈਗਾ। ਤੁਹਾਡੇ ਕੋਲੇ ਜਿਹੜੇ ਟੈਕਸਟ ਬੁੱਕ ਹੋਣਗੀਆਂ ਉਹਨਾਂ 'ਚ ਦੇਖੋਗੇ ਤੁਸੀਂ, ਤੇ ਇਹਦੇ ਬਾਰੇ ਥੋੜਾ ਜਿਹਾ ਵਿਸਥਾਰ ਦੇ ਵਿੱਚ ਮੈਂ ਵੀ ਤੁਹਾਡੇ ਨਾਲ ਵੱਖਰੇ ਤੌਰ ਤੇ ਗੱਲ ਕਰੂੰਗਾ। ਪਰ ਆਪਾਂ ਇੱਥੇ ਜਿੱਥੇ ਜਦੋਂ ਇਕੱਲੇ ਵਾਕ ਦੀ ਗੱਲ ਕਰਦੇ ਉਦੋਂ ਇੰਨੇ ਚੱਲ ਜੂ ਆਪਣਾ। ਸਧਾਰਨ ਵਾਕ ਕੀ ਹੁੰਦਾ ਵਿਦਿਆਰਥੀਓ? ਸਧਾਰਨ ਵਾਕ ਜਿਸ ਵਾਕ ਵਿੱਚ ਇੱਕ ਹੀ ਉਦੇਸ਼ ਤੇ ਇੱਕ ਹੀ ਵਿਧੇਯ ਹੋਵੇ, ਉਸ ਨੂੰ ਸਧਾਰਨ ਵਾਕ ਕਿਹਾ ਜਾਂਦਾ ਹੈ। ਹੁਣ ਕਈ ਵਾਰੀ ਵਾਕ ਲਿਖ ਦਿੱਤਾ ਜਾਂਦਾ ਤੁਹਾਨੂੰ,
ਜਦੋਂ ਵਾਕ ਲਿਖ ਦਿੱਤਾ ਜਾਂਦਾ ਉਹਦੇ ਚ ਪੁੱਛ ਲਿਆ ਜਾਂਦਾ ਕਿ ਉਦੇਸ਼ ਕਿਹੜਾ ਤੇ ਵਿਧੇਯ ਕਿਹੜਾ। ਹੁਣ ਆਪਾਂ ਇਹਦੀ ਇੱਕ ਉਦਾਹਰਨ ਦਿੰਦੇ ਹਾਂ, ਮਿਸਾਲ ਦਿੰਦੇ ਹਾਂ। ਉਦੇਸ਼ ਕਿਹੜਾ ਤੇ ਵਿਧੇਯ ਕਿਹੜਾ। ਰਚਨਾ ਪੜ੍ਹਦੀ ਹੈ, ਰਚਨਾ ਇੱਕ ਬੱਚੇ ਦਾ ਨਾਂ ਹੈ, ਵਿਦਿਆਰਥੀ ਦਾ ਨਾਂ ਹੈ, ਉਹ ਪੜ੍ਹ ਰਹੀ ਹੈ, ਠੀਕ ਹੈ, ਪੜ੍ਹਦੀ ਹੈ। ਇਹਦੇ ਚ ਜਿਹੜਾ ਕਾਰਜ ਕਰਨ ਵਾਲਾ ਵਿਅਕਤੀ ਹੈ ਜਾਂ ਕਾਰਜ ਜਿਹੜਾ ਕਰ ਰਿਹਾ ਕਰਤਾ ਜਿਹੜਾ, ਉਹ ਉਦੇਸ਼ ਹੁੰਦਾ, ਤੇ ਬਾਕੀ ਜਿਹੜਾ ਵਾਕ ਦਾ ਪੋਰਸ਼ਨ ਹੁੰਦਾ ਉਹ ਸਾਰਾ ਵਿਧੇਯ ਹੁੰਦਾ। ਸਮਝ ਰਹੇ ਹੋ ਨਾ। ਰਚਨਾ ਪੜ੍ਹਦੀ ਹੈ, ਇਹਦੇ ਚ ਆਪਾਂ ਰਚਨਾ ਅੰਡਰਲਾਈਨ ਕਰ ਲਿਆ, ਇਹ ਜਿਹੜਾ ਵਿਦਿਆਰਥੀ ਹੈ ਉਹ ਉਦੇਸ਼ ਹੋ ਗਿਆ, ਤੇ ਪੜ੍ਹਦੀ ਹੈ ਇਹ ਵਿਧੇਯ ਹੋ ਗਿਆ। ਹੁਣ ਉਦੇਸ਼ ਕੀ ਹੁੰਦਾ ਤੇ ਵਿਧੇਯ ਕੀ ਹੁੰਦਾ। ਵਾਕ ਵਿੱਚ ਜਿਸ ਬਾਰੇ ਗੱਲ ਕੀਤੀ ਗਈ ਹੋਵੇ ਉਹ ਉਦੇਸ਼ ਹੈ, ਵਾਕ ਵਿੱਚ ਜੋ ਗੱਲ ਕੀਤੀ ਗਈ ਹੋਵੇ ਉਹ ਵਿਧੇਯ ਹੈ। ਬਾਕੀ ਪੋਰਸ਼ਨ ਉਦੇਸ਼ ਤੋਂ ਇਲਾਵਾ ਜਿਹੜਾ ਪੋਰਸ਼ਨ ਬਚਦਾ ਉਹ ਸਾਰਾ ਵਿਧੇਯ ਹੈ। ਹੁਣ ਆਪਣੇ ਕੋਲੇ ਜਿੰਨੀਆਂ ਮਰਜ਼ੀ ਉਦਾਹਰਨਾਂ ਦੇ ਚੱਲੋ। ਮੈਂ ਕਾਲਜ ਜਾ ਰਿਹਾ ਹਾਂ, ਅਸੀਂ ਖਾਣਾ ਖਾਧਾ। ਹੁਣ ਜਿਹੜੇ ਮੁੱਢਲੇ ਸ਼ਬਦ ਹੈਗੇ ਆ, ਮੈਂ ਹੋ ਗਿਆ, ਅਸੀਂ ਹੋ ਗਿਆ, ਇਹ ਉਦੇਸ਼ ਹੈ, ਬਾਕੀ ਸਾਰਾ ਵਿਧੇਯ ਹੈ। ਸੋ ਵਿਦਿਆਰਥੀਓ, ਵਾਕ ਸਧਾਰਨ ਵਾਕ ਦੇ ਵਿੱਚ ਦੋ ਪਾਰਟ ਹੁੰਦੇ ਆ, ਇੱਕ ਉਦੇਸ਼ ਦਾ ਹੋ ਗਿਆ, ਇੱਕ ਵਿਧੇਯ ਦਾ ਹੋ ਗਿਆ। ਉਦੇਸ਼ ਜਿਸ ਬਾਰੇ ਗੱਲ ਕੀਤੀ ਜਾਂਦੀ ਹੈ, ਵਿਧੇਯ ਵਾਕ ਵਿੱਚ ਜੋ ਗੱਲ ਕੀਤੀ ਗਈ, ਵਾਕ ਦਾ ਜਿਹੜਾ ਦੂਜਾ ਭਾਗ ਹੁੰਦਾ ਸਾਰਾ ਉਹ ਵਿਧੇਯ ਹੁੰਦਾ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇੱਥੋਂ ਤੱਕ ਸਮਝ ਲੱਗ ਗਈ ਹੋਵੇਗੀ। ਅਸੀਂ ਵਾਕ ਦੀ ਗੱਲ ਕਰ ਰਹੇ ਹਾਂ, ਵਾਕ ਦੀ ਪਰਿਭਾਸ਼ਾ ਦੀ ਗੱਲ ਕੀਤੀ ਸੀ ਹੁਣ ਤੱਕ। ਉਸ ਤੋਂ ਬਾਅਦ ਵਾਕ ਦੇ ਵਰਗੀਕਰਨ ਦੀ ਗੱਲ ਕੀਤੀ ਹੈ। ਵਾਕ ਦੇ ਵਰਗੀਕਰਨ ਨੂੰ ਅਸੀਂ ਦੋ ਪੋਰਸ਼ਨਾਂ 'ਚ ਵੰਡਿਆ ਹੈਗਾ। ਨੰਬਰ 1 ਰੂਪ ਦੇ ਆਧਾਰ ਤੇ, ਨੰਬਰ 2 ਕਾਰਜ ਦੇ ਆਧਾਰ ਤੇ। ਪਹਿਲਾਂ ਅਸੀਂ ਰੂਪ ਦੇ ਆਧਾਰ ਤੇ ਗੱਲ ਕਰ ਰਹੇ ਹਾਂ। ਰੂਪ ਦੇ ਆਧਾਰ ਤੇ ਅਸੀਂ 3 ਭਾਗਾਂ 'ਚ ਵੰਡ ਲਿਆ ਵਾਕ ਨੂੰ। ਨੰਬਰ 1 ਸਧਾਰਨ ਵਾਕ, ਨੰਬਰ 2 ਸੰਯੁਕਤ ਵਾਕ, ਨੰਬਰ 3 ਮਿਸ਼ਰਤ ਵਾਕ। ਸਧਾਰਨ ਵਾਕ ਦੀ ਅਸੀਂ ਡੈਫੀਨੇਸ਼ਨ ਦੇਤੀ ਹੈ, ਔਰ ਡੈਫੀਨੇਸ਼ਨ ਤੋਂ ਬਾਅਦ ਅਸੀਂ ਦੱਸ ਦਿੱਤਾ ਕਿ ਇਹਦੇ 'ਚ ਦੋ ਪਾਰਟ ਹੁੰਦੇ, ਇੱਕ ਉਦੇਸ਼ ਹੁੰਦਾ, ਇੱਕ ਵਿਧੇਯ ਹੁੰਦਾ, ਔਰ ਇਹਨਾਂ ਦੋਨਾਂ ਪਾਰਟਾਂ ਦੀ ਅਸੀਂ ਵੱਖਰੇ ਵੱਖਰੇ ਤੌਰ ਦੇ ਉੱਪਰ ਗੱਲ ਕਰ ਦਿੱਤੀ ਹੈ। ਇੱਥੋਂ ਤੱਕ ਤੁਹਾਨੂੰ ਸਮਝ ਲੱਗ ਜਾਣਾ ਚਾਹੀਦਾ ਹੈ। ਅੱਗੇ ਵਿਦਿਆਰਥੀਓ ਆ ਗਿਆ ਸਾਡਾ ਦੂਸਰਾ ਪੋਰਸ਼ਨ, ਜਿਹੜਾ ਸੰਯੁਕਤ ਵਾਕ। ਅਸੀਂ ਗੱਲ ਕਰ ਰਹੇ ਸੀਗੇ ਸਧਾਰਨ ਵਾਕ, ਸਧਾਰਨ ਵਾਕ ਤੋਂ ਬਾਅਦ ਸੰਯੁਕਤ ਵਾਕ, ਤੇ ਫਿਰ ਮਿਸ਼ਰਤ ਵਾਕ। ਤਿੰਨਾਂ ਦੀ ਗੱਲ ਕਰਨੀ ਹੈ। ਰੂਪ ਦੇ ਆਧਾਰ ਤੇ ਜਦੋਂ ਅਸੀਂ ਵੰਡ ਕਰਦੇ ਹਾਂ ਵਾਕ ਦੀ, ਦੂਸਰਾ ਪਾਰਟ ਬਣਦਾ ਸੰਯੁਕਤ ਵਾਕ। ਸੰਯੁਕਤ ਵਾਕ ਦੀ ਪਹਿਲਾਂ ਡੈਫੀਨੇਸ਼ਨ ਨਿਸ਼ਚਿਤ ਕਰਦੇ ਹਾਂ। ਵਿਦਿਆਰਥੀਓ, ਜਿਹੜੀ ਸੰਯੁਕਤ ਵਾਕ ਹੈ ਨਾ, ਇਹਦੇ ਬਾਰੇ ਸ਼ਾਰਟ ਕੁਐਸਚਨ ਬਹੁਤ ਵਾਰੀ ਹੈ ਕਿ ਕੁਝ ਵਾਕ ਦਿੱਤੇ ਜਾਂਦੇ ਆ ਵੀ ਇਹਨੂੰ ਦੱਸੋ ਇਹ ਵਾਕ ਦੀ ਕਿਹੜੀ ਕਿਸਮ ਹੈ, ਤੇ ਜਾਂ ਸੰਯੁਕਤ ਵਾਕ ਦੀ ਉਦਾਹਰਨ ਦਿਓ, ਜਾਂ ਸੰਯੁਕਤ ਵਾਕ ਦੀ ਪਰਿਭਾਸ਼ਾ ਦਿੰਦੇ ਹੋਏ ਇੱਕ ਵਾਕ ਲਿਖੋ। ਇਸ ਤਰ੍ਹਾਂ ਦੇ ਕੁਐਸਚਨ ਆ ਸਕਦੇ, ਸ਼ਾਰਟ ਕੁਐਸਚਨ। ਤੇ ਇਹ ਦੇਖੋ, ਜਦੋਂ ਇੱਕ ਤੋਂ ਵੱਧ ਸਵਾਧੀਨ ਹੁੰਦਾ ਵਿਦਿਆਰਥੀਓ ਉਪਵਾਕ ਸੁਤੰਤਰ, ਸਵਾਧੀਨ ਉਪਵਾਕ ਸਮਾਨ ਯੋਜਕਾਂ ਦੀ ਸਹਾਇਤਾ ਨਾਲ ਜੋੜੇ ਗਏ ਹੋਣ ਜਾਂ ਹੁੰਦੇ ਹਨ, ਉਸ ਨੂੰ ਸੰਯੁਕਤ ਵਾਕ ਕਿਹਾ ਜਾਂਦਾ ਹੈ। ਤੁਹਾਨੂੰ ਪੁੱਛ ਲਿਆ ਜਾਂਦਾ ਕਿ ਸੰਯੁਕਤ ਵਾਕ ਕੀ ਹੁੰਦਾ। ਸੰਯੁਕਤ ਵਾਕ ਦੇ ਵਿੱਚ ਜਿਹੜੇ ਉਪਵਾਕ ਜੁੜੇ ਹੁੰਦੇ ਆ ਨਾ, ਉਹ ਸਾਰੇ ਸੁਤੰਤਰ ਹੁੰਦੇ ਆ, ਉਹ ਸਾਰੇ ਸਵਾਧੀਨ ਹੁੰਦੇ ਆ। ਉਹਨਾਂ ਨੂੰ ਜੇਕਰ ਵੱਖਰਾ ਵੱਖਰਾ ਕਰ ਲਿਆ ਜਾਵੇ ਤਾਂ ਪੂਰੇ ਅਰਥ ਦਿੰਦੇ ਆ ਉਹ। ਆਪਾਂ ਡੈਫੀਨੇਸ਼ਨ ਦਿੱਤੀ ਹੈ, ਜਦੋਂ ਇੱਕ ਤੋਂ ਵੱਧ ਸਵਾਧੀਨ ਹੁੰਦਾ ਸੁਤੰਤਰ, ਉਪਵਾਕ ਸਮਾਨ ਯੋਜਕਾਂ ਦੀ ਸਹਾਇਤਾ ਨਾਲ ਜੋੜੇ ਗਏ ਹੁੰਦੇ ਹਨ, ਉਸ ਨੂੰ ਸੰਯੁਕਤ ਵਾਕ ਕਿਹਾ ਜਾਂਦਾ। ਇਹ ਡੈਫੀਨੇਸ਼ਨ ਹੋ ਗਈ। ਹੁਣ ਸੁਤੰਤਰ ਉਪਵਾਕ ਜਦੋਂ ਜੁੜ ਜਾਂਦੇ ਆ ਨਾ, ਸੁਤੰਤਰ ਉਪਵਾਕ ਸਮਾਨ ਯੋਜਕਾਂ ਨਾਲ ਜਦੋਂ ਜੁੜ ਜਾਂਦੇ ਆ ਤਾਂ ਉਹ ਸੰਯੁਕਤ ਵਾਕ ਬਣ ਜਾਂਦਾ ਹੈ। ਇਹਦੀ ਉਦਾਹਰਨ ਦਿੰਦੇ ਆਪਾਂ। ਪ੍ਰੀਤ ਦੀ ਉਮਰ 5 ਸਾਲ ਹੈ, ਕਮਲਪ੍ਰੀਤ ਤੋਂ 2 ਸਾਲ ਛੋਟਾ ਹੈ। ਕਮਲਪ੍ਰੀਤ 2 ਸਾਲ ਛੋਟਾ ਹੈ। ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ, ਪ੍ਰੀਤ ਦੀ ਉਮਰ 5 ਸਾਲ ਹੈ, ਸੁਤੰਤਰ ਵਾਕ ਹੈ ਵਿਦਿਆਰਥੀ, ਉਹ ਸਧਾਰਨ ਵਾਕ ਬਣ ਗਿਆ। ਜਦ ਕਿ ਇਹਦੇ ਵਿੱਚ ਯੋਜਕ ਆ ਗਿਆ, ਕਮਲਪ੍ਰੀਤ 2 ਸਾਲ ਛੋਟਾ ਹੈ, ਇਹ ਵੀ ਇੱਕ ਸੁਤੰਤਰ ਵਾਕ ਆ ਗਿਆ। ਇਹਨਾਂ ਦੋਨਾਂ ਵਾਕਾਂ ਨੂੰ ਜੋੜਨ ਵਾਲਾ ਕੌਣ ਹੈ? ਜਦੋਂ ਕਿ। ਸਮਝ ਰਹੇ ਹੋ ਨਾ। ਮੈਂ ਸਟੇਸ਼ਨ ਤੇ ਗਿਆ ਅਤੇ
ਰੇਲ ਗੱਡੀ ਆ ਗਈ। ਹੁਣ ਜਦੋਂ ਮੈਂ ਸਟੇਸ਼ਨ ਤੇ ਗਿਆ, ਇਹਨਾਂ ਨੂੰ ਜੋੜਨ ਵਾਲਾ ਕੌਣ ਹੈ? ਅਤੇ। ਇਹ ਮੈਂ ਆਪਣੇ ਉਦਾਹਰਨ ਦੇ ਰਿਹਾ, ਇੱਥੇ ਲਿਖੀ ਨਹੀਂ ਹੋਈ ਆਪਣੀ। ਅਤੇ ਰੇਲ ਗੱਡੀ ਆ ਗਈ। ਹੁਣ ਰੇਲ ਗੱਡੀ ਆ ਗਈ, ਇਹ ਵੀ ਫੁੱਲ ਵਾਕ ਹੈ। ਮੈਂ ਸਟੇਸ਼ਨ ਤੇ ਪਹੁੰਚਿਆ, ਇਹ ਵੀ ਸੁਤੰਤਰ ਉਪਵਾਕ ਹੈ। ਇਹਨਾਂ ਨੂੰ ਜੋੜਨ ਵਾਲਾ ਅਤੇ ਹੋ ਗਿਆ। ਸੋ ਵਿਦਿਆਰਥੀਓ, ਜਦੋਂ ਦੋ ਸੁਤੰਤਰ ਉਪਵਾਕ ਕਿਸੇ ਯੋਜਕ ਦੀ ਮਦਦ ਦੇ ਨਾਲ ਜੁੜ ਜਾਂਦੇ ਹਨ ਤਾਂ ਉਸ ਨੂੰ ਸੰਯੁਕਤ ਵਾਕ ਕਿਹਾ ਜਾਂਦਾ ਹੈ। ਇਹਦੇ ਵਿੱਚ ਸਵਾਧੀਨ ਉਪਵਾਕ, ਪ੍ਰੀਤ ਦੀ ਉਮਰ 5 ਸਾਲ ਹੈ, ਸਮਾਨ ਯੋਜਕ ਹੋ ਗਿਆ। ਜਦੋਂ ਕਿ ਕਮਲਪ੍ਰੀਤ 2 ਸਾਲ ਛੋਟਾ ਹੈ, ਸਵਾਧੀਨ ਉਪਵਾਕ ਹੋ ਗਿਆ। ਇਹ ਦੋਨੇ ਸੁਤੰਤਰ ਹੋ ਗਏ। ਸੋ ਇਸ ਚੀਜ਼ ਨੂੰ ਤੁਸੀਂ ਸਮਝ ਰਹੇ ਹੋਵੋਗੇ। ਉਮੀਦ ਹੈ ਕਿ ਤੁਹਾਨੂੰ ਸਮਝ ਲੱਗ ਗਈ ਹੋਊ ਇੱਥੋਂ ਤੱਕ। ਦੇਖੋ ਵਿਦਿਆਰਥੀਓ, ਯੋਜਕ ਹੈ ਜਿਹੜੇ ਸਮਾਨ ਯੋਜਕ, ਉਹ ਕਿਹੜੇ ਕਿਹੜੇ ਹੈ? ਅਤੇ, ਪਰ, ਫਿਰ ਵੀ, ਤਾਂ ਵੀ, ਇਸ ਲਈ, ਜਾਂ, ਸਗੋਂ, ਪਰੰਤੂ, ਇਸ ਕਰਕੇ, ਫਿਰ, ਚਾਹੇ, ਨਾਲੇ, ਇਹ ਸਾਰੇ ਜਿਹੜੇ ਹੈਗੇ ਆ ਸਮਾਨ ਯੋਜਕ ਹੈ। ਹੋਰ ਵੀ ਕੁਝ ਹੋਣਗੇ। ਔਰ ਜਿਹੜੇ ਸਮਾਨ ਯੋਜਕ ਹੈਗੇ ਆ, ਇਹ ਦੋ ਸਵਾਧੀਨ ਉਪਵਾਕਾਂ ਨੂੰ ਜੋੜ ਕੇ ਸੰਯੁਕਤ ਵਾਕ ਦਾ ਰੂਪ ਦੇ ਦਿੰਦੇ ਆ। ਅਧੀਨ ਯੋਜਕ, ਕਿ ਜਿਹੜਾ, ਜਿਵੇਂ, ਜਦੋਂ, ਜੇ, ਇਹ ਅਧੀਨ ਯੋਜਕ ਹੁੰਦੇ ਆ। ਇਹ ਅੱਗੇ ਜਾ ਕੇ ਇਹਨਾਂ ਦਾ ਕੀ ਕੰਮ ਹੈ, ਇਹਦੇ ਬਾਰੇ ਆਪਾਂ ਦੇਖਾਂਗੇ। ਤੀਸਰਾ ਜਿਹੜਾ ਤੁਹਾਡਾ ਪਾਰਟ ਬਣਦਾ ਹੈਗਾ ਵਾਕ ਬਾਰੇ ਰੂਪ ਦੇ ਆਧਾਰ ਤੇ, ਉਹ ਹੈਗਾ ਮਿਸ਼ਰਤ ਵਾਕ। ਹੁਣ ਮਿਸ਼ਰਤ ਵਾਕ ਕੀ ਹੁੰਦਾ ਹੈ? ਮਿਸ਼ਰਤ ਵਾਕ ਬਾਰੇ ਬਹੁਤ ਵਾਰੀ ਪ੍ਰਸ਼ਨ ਆ ਜਾਂਦਾ ਸ਼ਾਰਟ। ਮਿਸ਼ਰਤ ਵਾਕ ਹੁੰਦਾ ਕੀ ਹੈ? ਮਿਸ਼ਰਤ ਵਾਕ ਵਿਦਿਆਰਥੀਓ, ਮਿਸ਼ਰਤ ਵਾਕ ਦੀ ਬਣਤਰ ਵਿੱਚ ਇੱਕ ਮੁੱਖ ਉਪਵਾਕ ਹੁੰਦਾ ਹੈ ਅਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਹੁੰਦੇ ਹਨ। ਇਹਨੂੰ ਦੂਜੇ ਸ਼ਬਦਾਂ 'ਚ ਕਹਿ ਦਿਓ, ਮਿਸ਼ਰਤ ਵਾਕ ਵਿੱਚ ਇੱਕ ਸੁਤੰਤਰ ਉਪਵਾਕ ਹੁੰਦਾ, ਬਾਕੀ ਅਧੀਨ ਉਪਵਾਕ ਹੁੰਦੇ ਆ। ਜਾਂ ਮਿਸ਼ਰਤ ਵਾਕ ਵਿੱਚ ਦੀ ਬਣਤਰ ਵਿੱਚ ਇੱਕ ਸਵਾਧੀਨ ਉਪਵਾਕ ਹੁੰਦਾ, ਦੂਸਰੇ ਜਿਹੜੇ ਉਪਵਾਕ ਹੈ ਉਹ ਪਰਾਧੀਨ ਹੁੰਦੇ ਆ। ਇੱਕ ਸੁਤੰਤਰ ਹੋ ਗਿਆ ਤੇ ਦੂਸਰੇ ਜਿਹੜੇ ਸਾਰੇ ਹੈਗੇ ਉਹਦੇ ਅਧੀਨ ਵਿਚਰ ਰਹੇ ਆ, ਉਹ ਅਧੀਨ ਹੋ ਗਏ ਉਹਦੇ। ਉਹਨੂੰ ਮਿਸ਼ਰਤ ਵਾਕ ਕਿਹਾ ਜਾਂਦਾ। ਤੁਸੀਂ ਜਦੋਂ ਡੈਫੀਨੇਸ਼ਨ ਤਿਆਰ ਕਰੋਗੇ, ਤੁਸੀਂ ਜਦੋਂ ਪਰਿਭਾਸ਼ਾ ਤਿਆਰ ਕਰੋਗੇ, ਉਦੋਂ ਕੀ ਕਹੋਗੇ? ਮਿਸ਼ਰਤ ਵਾਕ ਦੀ ਬਣਤਰ ਵਿੱਚ ਇੱਕ ਮੁੱਖ ਉਪਵਾਕ ਹੁੰਦਾ ਹੈ ਅਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਹੁੰਦੇ ਹਨ। ਹੁਣ ਅਸੀਂ ਇਹਦੀ ਉਦਾਹਰਨ ਦਿੰਦੇ ਹਾਂ ਵਿਦਿਆਰਥੀਓ। ਸਭ ਤੋਂ ਪਹਿਲਾਂ ਅਸੀਂ ਉਦਾਹਰਨ ਦੇਵਾਂਗੇ। ਇਹ ਸੱਸਾ ਜਿਹੜਾ ਲਿਖਿਆ ਨਾ ਮੈਂ, ਇਹ ਇਸ ਕਰਕੇ ਲਿਖਿਆ ਸਵਾਧੀਨ, ਇਹ ਹੋ ਗਿਆ ਅਧੀਨ, ਇਹ ਵੀ ਅਧੀਨ। ਸਵਾਧੀਨ ਉਪਵਾਕ, ਅਧੀਨ ਉਪਵਾਕ ਤੇ ਅਧੀਨ ਉਪਵਾਕ। ਇੱਕ ਤੋਂ ਵੱਧ ਉਪਵਾਕ ਵੀ ਆ ਸਕਦੇ ਇਹਦੇ ਚ। ਦੇਖੋ ਹੁਣ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਯੋਜਕ, ਪਰਾਧੀਨ ਤੇ ਸਵਾਧੀਨ ਉਪਵਾਕ ਵਾਲਾ ਪ੍ਰਸ਼ਨ। ਆ ਯੋਜਕ ਆ ਗਿਆ। ਜਿਹੜੀ ਰੌਸ਼ਨੀ ਤੇ ਗਰਮੀ ਸਾਨੂੰ ਤਾਰੇ ਜਾਂ ਸੂਰਜ ਤੋਂ ਮਿਲਦੀ ਹੈ। ਜਿਹੜੀ, ਇਹ ਹੋ ਗਿਆ ਯੋਜਕ। ਰੌਸ਼ਨੀ ਤੇ ਗਰਮੀ ਸਾਨੂੰ ਤਾਰੇ ਜਾਂ ਸੂਰਜ ਤੋਂ ਮਿਲਦੀ ਹੈ। ਹਜੇ ਗੱਲ ਕਲੀਅਰ ਨਹੀਂ ਹੋਈ ਆਪਣੀ, ਇਸ ਕਰਕੇ ਅਧੀਨ ਉਪਵਾਕ ਹੋ ਗਿਆ। ਇਹ ਆਪਾਂ ਯੋਜਕ, ਪਰਾਧੀਨ, ਅਧੀਨ ਉਪਵਾਕ ਹੋ ਗਿਆ ਪਰਾਧੀਨ। ਹੁਣ ਉਹ ਹਾਈਡਰੋਜਨ ਦੇ ਬਲਨ ਤੋਂ ਪੈਦਾ ਹੁੰਦੀ ਹੈ। ਇਹ ਸਵਾਧੀਨ, ਇਹ ਸੁਤੰਤਰ ਵਾਕ। ਉਹ ਹਾਈਡਰੋਜਨ ਬਲਨ ਤੋਂ ਪੈਦਾ ਹੁੰਦੀ ਹੈ। ਸਮਝ ਰਹੇ ਹੋ ਨਾ ਤੁਸੀਂ? ਦੇਖੋ, ਇਸ ਤਰ੍ਹਾਂ ਦੇ ਵਾਕਾਂ ਦੇ ਵਿੱਚ ਇੱਕ ਸੁਤੰਤਰ ਉਪਵਾਕ ਹੁੰਦਾ, ਬਾਕੀ ਅਧੀਨ ਉਪਵਾਕ ਹੁੰਦੇ ਆ। ਆਪਾਂ ਇਹ ਯੋਜਕ ਨਾਲ ਜੁੜਦੇ ਆ। ਹੁਣ ਦੇਖੋ, ਆਪਾਂ ਜਿਹੜੀ ਹੁਣ ਪਹਿਲਾਂ ਗੱਲ ਕਰ ਰਹੇ ਹੈਗੇ ਆ ਸ਼ੁਰੂ ਦੇ ਵਿੱਚ, ਜਿਹੜੀ ਉਪਵਾਕ ਦੇ ਮੂਹਰੇ ਹੀ ਉਹ ਆ ਗਿਆ ਆਪਣਾ ਯੋਜਕ ਆ ਗਿਆ। ਰੌਸ਼ਨੀ ਤੇ ਗਰਮੀ ਸਾਨੂੰ ਤਾਰੇ ਜਾਂ ਸੂਰਜ ਤੋਂ ਮਿਲਦੀ ਹੈ। ਇਹ ਪਰਾਧੀਨ ਉਪਵਾਕ ਹੋ ਗਿਆ। ਉਹ ਹਾਈਡਰੋਜਨ ਦੇ ਬਲਨ ਤੋਂ ਪੈਦਾ ਹੁੰਦੀ ਹੈ। ਇਹ ਸਵਾਧੀਨ ਉਪਵਾਕ ਹੋਇਆ। ਇੱਕ ਹੋਰ ਉਦਾਹਰਨ ਦਿੰਦੇ ਆਪਾਂ ਇਹਦੀ। ਜਦੋਂ ਸ਼ੁਰੂ ਦੇ ਵਿੱਚ ਸਵਾਧੀਨ ਸੁਤੰਤਰ ਉਪਵਾਕ ਹੁੰਦਾ ਹੈ ਤੇ ਫਿਰ ਯੋਜਕ ਦੇ ਨਾਲ ਜੁੜ ਕੇ ਫਿਰ ਪਰਾਧੀਨ ਉਪਵਾਕ ਆਉਂਦਾ। ਦੇਖੋ, ਇਹ ਅਜਿਹਾ ਦਿਨ ਹੈ, ਸਵਾਧੀਨ ਉਪਵਾਕ, ਜੋ ਸਾਨੂੰ ਸਦਾ ਚੇਤੇ ਰਹੇਗਾ। ਸਾਨੂੰ ਸਦਾ ਚੇਤੇ ਰਹੇਗਾ। ਜੋ ਯੋਜਕ ਦੇ ਨਾਲ ਪਰਾਧੀਨ, ਉਹਦੇ ਅਧੀਨ ਆ ਗਿਆ। ਠੀਕ ਹੈ। ਇਹ ਅਜਿਹਾ ਦਿਨ ਹੈ ਜੋ ਸਾਨੂੰ ਸਦਾ ਚੇਤੇ ਰਹੇਗਾ। ਸੋ ਇਹਨੂੰ ਆਪਾਂ ਇਸ ਰੂਪ ਦੇ ਵਿੱਚ ਦੇਖ ਸਕਦੇ ਹਾਂ। ਹਾਂ ਵਿਦਿਆਰਥੀਓ, ਤੁਸੀਂ ਇੱਥੇ ਇੱਕ ਗੱਲ
ਧਿਆਨ ਦਿਓ ਇਸ ਵਾਕ ਵੱਲ ਫਿਰ ਇੱਕ ਵਾਰੀ ਤੁਸੀਂ ਧਿਆਨ ਦਿਓ। ਗੱਲ ਕੀ ਹੈ, ਆਪਾਂ ਲਿਖਿਆ ਇਹ ਅਜਿਹਾ ਦਿਨ ਹੈ ਜੋ ਸਾਨੂੰ ਸਦਾ ਚੇਤੇ ਰਹੇਗਾ। ਇਹਦੇ 'ਚ ਆਪਾਂ ਇੱਕ ਸ਼ਰਤ ਸੀਗੀ ਕਿ ਜਿਹੜੇ ਵਾਕ ਦੇ ਮੂਹਰੇ ਯੋਜਕ ਆ ਗਿਆ ਉਹ ਪਰਾਧੀਨ ਉਪਵਾਕ ਹੈ ਤੇ ਦੂਜਾ ਸੁਤੰਤਰ ਉਪਵਾਕ ਹੋਊਗਾ। ਇਹ ਅਜਿਹਾ ਦਿਨ ਹੈ, ਇਹ ਸੁਤੰਤਰ ਹੈ। ਹੁਣ ਜੋ ਸਾਨੂੰ ਸਦਾ ਚੇਤੇ ਰਹੇਗਾ, ਸਾਨੂੰ ਸਦਾ ਚੇਤੇ ਕੀ ਰਹੇਗਾ? ਕੁਐਸਚਨ ਖੜਾ ਹੁੰਦਾ ਨਾ, ਸਾਨੂੰ ਸਦਾ ਚੇਤੇ ਕੀ ਰਹੇਗਾ? ਇੱਕ ਨਿਸ਼ਚਿਤ ਦਿਨ ਹੈ, ਤੁਹਾਡਾ ਬਰਥਡੇ ਵਾਲਾ ਵੀ ਹੋ ਸਕਦਾ, ਕੋਈ ਵੀ ਹੋ ਸਕਦਾ, ਦਿਨ ਯਾਦ ਰਹੂਗਾ ਸਾਨੂੰ। ਇਸ ਕਰਕੇ ਪਰਾਧੀਨ ਉਪਵਾਕ ਉਦ ਤੋਂ ਪਹਿਲਾਂ ਯੋਜਕ ਆ ਗਿਆ, ਸਾਨੂੰ ਸਦਾ ਚੇਤੇ ਰਹੇਗਾ, ਇਹ ਪਰਾਧੀਨ ਹੈ, ਤੇ ਸਵਾਧੀਨ ਉਪਵਾਕ ਹੋ ਗਿਆ, ਇਹ ਅਜਿਹਾ ਦਿਨ ਹੈ। ਸੋ ਵਿਦਿਆਰਥੀਓ, ਇਹ ਇਸ ਤਰ੍ਹਾਂ ਦੇ ਨਾਲ ਅਸੀਂ ਜਿਹੜਾ ਵਾਕ ਸੀਗਾ ਉਹਦੀ ਪਰਿਭਾਸ਼ਾ ਨਿਸ਼ਚਿਤ ਕੀਤੀ ਸੀ ਸਭ ਤੋਂ ਪਹਿਲਾਂ। ਫਿਰ ਵਾਕ ਦੇ ਅਸੀਂ ਜਿਹੜੀ ਬਣਤਰ ਹੈਗੀ ਆ ਉਹਨੂੰ ਦੋ ਭਾਗਾਂ ਦੇ ਵਿੱਚ ਵੰਡ ਲਿਆ ਸੀਗਾ, ਵਰਗੀਕਰਨ ਕਰ ਲਿਆ ਸੀ। ਪਹਿਲਾਂ ਰੂਪ ਦੇ ਆਧਾਰ ਤੇ, ਫਿਰ ਅਸੀਂ ਕਾਰਜ ਦੇ ਆਧਾਰ ਤੇ ਗੱਲ ਕਰਾਂਗੇ। ਰੂਪ ਦੇ ਆਧਾਰ ਤੇ ਵਿਦਿਆਰਥੀਓ ਅਸੀਂ 3 ਭਾਗਾਂ 'ਚ ਵੰਡਿਆ ਸੀਗਾ, ਸਧਾਰਨ ਵਾਕ, ਸੰਯੁਕਤ ਵਾਕ ਤੇ ਮਿਸ਼ਰਤ ਵਾਕ। ਸਧਾਰਨ ਵਾਕ ਕੀ ਹੁੰਦਾ ਹੈ ਉਹਦੀ ਡੈਫੀਨੇਸ਼ਨ ਦਿੱਤੀ ਸੀਗੀ, ਉਹ ਤੁਸੀਂ ਧਿਆਨ ਨਾਲ ਦੇਖ ਲਿਓ। ਦੂਸਰੇ ਸੰਯੁਕਤ ਵਾਕ ਕੀ ਹੁੰਦਾ ਹੈ ਉਹਦੀ ਉਦਾਹਰਨ ਦਿੱਤੀ ਸੀ ਆਪਾਂ। ਤੀਸਰੀ ਹੈਗੀ ਹੈ ਸਾਡੀ ਜਿਹੜੀ ਮਿਸ਼ਰਤ ਵਾਕ ਕੀ ਹੁੰਦਾ ਉਹਦੀ ਆਪਾਂ ਉਦਾਹਰਨ ਦੇ ਦਿੱਤੀ ਸੀ। ਹੁਣ ਆਪਾਂ ਕਾਰਜ ਦੇ ਆਧਾਰ ਤੇ ਵਾਕ ਦੀ ਗੱਲ ਕਰਦੇ ਹਾਂ। ਕਾਰਜ ਦੇ ਆਧਾਰ ਤੇ ਵਿਦਿਆਰਥੀਓ ਵਾਕ ਨੂੰ 3 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ, ਕਈ ਥਾਵਾਂ ਦੇ ਉੱਪਰ ਇਹ ਤੋਂ ਵੱਧ ਵੀ ਵੰਡਿਆ ਹੋਇਆ ਹੈਗਾ। ਮੁੱਖ ਤੌਰ ਦੇ ਉੱਪਰ 3 ਭਾਗ ਹੋ ਸਕਦੇ ਆ ਇਹਦੇ। ਵੈਸੇ ਇਸ ਤਰ੍ਹਾਂ ਦਾ ਕੁਐਸਚਨ ਨਹੀਂ ਆਊਗਾ ਕਾਰਜ ਦੇ ਆਧਾਰ ਤੇ ਉੱਪਰ ਕਿੰਨੇ ਵਰਗਾਂ 'ਚ ਵੰਡਿਆ ਜਾ ਸਕਦਾ, ਕਿਉਂਕਿ ਇਹ ਨਿਸ਼ਚਿਤ ਨਹੀਂ ਹੈਗਾ। ਫਿਰ ਵੀ ਚਲੋ ਆਪਾਂ 3 ਭਾਗਾਂ 'ਚ ਵੰਡ ਰਹੇ ਹਾਂ। ਬਿਆਨੀਆ ਵਾਕ, ਹੁਕਮੀ ਵਾਕ ਤੇ ਪ੍ਰਸ਼ਨਵਾਚਕ ਵਾਚੀ ਵਾਕ। ਕਈ ਵਾਰੀ ਲੋਕ ਕਹਿੰਦੇ ਸਧਾਰਨ ਵਾਕ ਉਹਨੂੰ ਇਹਦੇ 'ਚ ਹੋਰ ਥਾਵਾਂ ਤੇ ਉੱਪਰ ਰੱਖ ਲੈਂਦੇ ਆ, ਵੀ ਜਿਵੇਂ ਬਿਆਨੀਆ ਵਾਕ ਹੋ ਗਿਆ, ਹੁਕਮੀ ਵਾਕ ਹੋ ਗਿਆ, ਪ੍ਰਸ਼ਨਵਾਚਕੀ ਵਾਕ ਹੋ ਗਿਆ। ਕਈ ਵਾਰੀ ਜਿਹੜਾ ਤੁਸੀਂ ਖੁਸ਼ੀ ਜਾਂ ਗਮੀ ਨੂੰ ਜਦੋਂ ਸੰਬੋਧਨ ਕਰਦੇ ਹਾਂ ਆਪਾਂ ਉਹਨੂੰ ਵੀ ਵੱਖਰੇ ਤੌਰ ਦੇ ਪ੍ਰਕਾਰ ਦੇ ਆਧਾਰ ਤੇ ਵਾਕ ਮੰਨ ਲਿਆ ਜਾਂਦਾ, ਪਰ ਆਪਾਂ 3 ਤੌਰ ਤੇ ਮੰਨਦੇ ਇਹਨੂੰ। ਵਿਆਕਰਨ ਬਿਆਨੀਆ ਵਾਕ ਕੀ ਹੁੰਦਾ, ਫਿਰ ਹੁਕਮੀ ਵਾਕ ਕੀ ਹੁੰਦਾ ਤੇ ਪ੍ਰਸ਼ਨਵਾਚਕ ਵਾਕ ਕੀ ਹੁੰਦਾ। ਵਿਦਿਆਰਥੀਓ, ਜਿਹੜਾ ਬਿਆਨੀਆ ਵਾਕ ਹੈਗਾ ਨਾ, ਜਿਸ ਵਾਕ ਵਿੱਚ ਕੋਈ ਪ੍ਰਸ਼ਨ ਨਾ ਪੁੱਛਿਆ ਜਾਵੇ, ਬੇਨਤੀ ਨਾ ਕੀਤੀ ਗਈ ਹੋਵੇ ਜਾਂ ਹੁਕਮ ਨਾ ਕੀਤਾ ਗਿਆ ਹੋਵੇ, ਜਿਸ ਵਾਕ ਵਿੱਚ ਸਿਰਫ ਬਿਆਨ ਕੀਤਾ ਗਿਆ ਹੋਵੇ, ਉਸ ਨੂੰ ਬਿਆਨੀਆ ਵਾਕ ਕਿਹਾ ਜਾਂਦਾ। ਜਿਹਦੇ ਵਿੱਚ ਸਿਰਫ ਤੇ ਸਿਰਫ ਗੱਲ ਕੀਤੀ ਗਈ ਹੋਵੇ, ਉਹਦੇ ਵਿੱਚ ਕੋਈ ਪ੍ਰਸ਼ਨ ਨਹੀਂ ਪੁੱਛਿਆ ਜਾਂਦਾ, ਕਿਸੇ ਤਰ੍ਹਾਂ ਦੀ ਉਹਦੇ ਵਿੱਚ ਹੋਰ ਗੱਲ ਨਹੀਂ ਕੀਤੀ ਜਾਂਦੀ, ਸਿਰਫ ਇੱਕ ਚੀਜ਼ ਦਾ ਕਿਸੇ ਦਾ ਬਿਆਨ ਕੀਤਾ ਜਾਂਦਾ। ਉਹ ਬੜਾ ਚੰਗਾ ਮਨੁੱਖ ਹੈ, ਇੱਕ ਬਿਆਨ ਕਰਤਾ ਸੀ। ਵਿਦਿਆਰਥੀ ਬੜੇ ਸਿਆਣੇ ਨੇ, ਅਸੀਂ ਇੱਕ ਬਿਆਨ ਕਰਤਾ। BSc ਭਾਗ ਦੂਸਰਾ ਦੇ ਵਿਦਿਆਰਥੀ ਬਹੁਤ ਹੁਸ਼ਿਆਰ ਨੇ, ਅਸੀਂ ਇੱਕ ਬਿਆਨ ਕਰਤਾ। ਇਹ ਸਾਰੀਆਂ ਚੀਜ਼ਾਂ ਵਿਦਿਆਰਥੀਓ ਜਦੋਂ ਅਸੀਂ ਦੱਸਦੇ ਹੈਗੇ ਹਾਂ, ਇਹ ਕਿਤੇ ਨਾ ਕਿਤੇ ਜਾ ਕੇ ਕਿਸੇ ਚੀਜ਼ ਦਾ ਬਿਆਨ ਕਰਦੀਆਂ, ਉਸ ਨੂੰ ਬਿਆਨੀਆ ਵਾਕ ਕਿਹਾ ਜਾਂਦਾ। ਹੁਕਮੀ ਵਾਕ ਦੇਖੋ, ਹੁਕਮੀ ਵਾਕ ਦੇ ਵਿੱਚ ਕੋਈ ਨਾ ਕੋਈ ਹੁਕਮ ਦਿੱਤਾ ਜਾਂਦਾ ਵਿਦਿਆਰਥੀਓ। ਜਿਨ੍ਹਾਂ ਵਾਕਾਂ ਵਿੱਚ ਕਿਸੇ ਨੂੰ ਕੋਈ ਬੇਨਤੀ ਨਾ ਕੀਤੀ ਗਈ ਹੋਵੇ, ਕੋਈ ਹੁਕਮ ਜਾਂ ਆਗਿਆ ਦਿੱਤੀ ਹੋਵੇ, ਉਹ ਹੁਕਮੀ ਵਾਕ ਹੁੰਦਾ ਹੈ। ਉਦਾਹਰਨ ਕੀ ਇਹਦੀ? ਖਬਰਦਾਰ ਜੇ ਹਿੱਲੇ ਤਾਂ, ਜਾਂ ਅਸੀਂ ਕਹਿ ਦਈਏ ਤੁਹਾਡਾ ਕੱਲ ਨੂੰ ਪੇਪਰ ਹੈ, ਜ਼ਰੂਰ ਦੇਵੋਗੇ, ਜਾਂ ਅਸੀਂ ਤੁਹਾਨੂੰ ਕਵਾਂਗੇ ਤੁਸੀਂ ਅਸਾਈਨਮੈਂਟ ਹਰ ਹਾਲਤ ਵਿੱਚ ਭੇਜੋਗੇ। ਇਹ ਸਾਰੇ ਜਿਹੜੇ ਹੁਕਮੀ ਵਾਕ ਦੇ ਵਿੱਚ ਆ ਜਾਣਗੇ ਵਿਦਿਆਰਥੀਓ। ਖਬਰਦਾਰ ਜੇ ਹਿੱਲੇ ਹੁਕਮ ਵਾਕ ਆ ਜਾਊਗਾ। ਤੀਸਰੀ ਤਰ੍ਹਾਂ ਦਾ ਪ੍ਰਸ਼ਨਵਾਚੀ ਵਾਕ। ਇਹ ਪ੍ਰਸ਼ਨਵਾਚੀ ਵਾਕ ਅਕਸਰ ਵਿਦਿਆਰਥੀ ਕਰਦੇ ਆ ਟੀਚਰਸ ਨੂੰ। ਇਹਦੇ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਕੋਈ, ਜਾਂ ਵਿਦਿਆਰਥੀਆਂ ਨੂੰ ਅਸੀਂ ਕਰਦੇ ਹਾਂ। ਤੁਹਾਨੂੰ ਸਮਝ ਲੱਗ ਗਈ ਹੈ? ਇਦਾਂ ਦੇ ਜਿਸ ਵਾਕ ਵਿੱਚ ਪ੍ਰਸ਼ਨਵਾਚੀ ਸ਼ਬਦ ਜਾਂ ਉਚਾਰਨ ਲਹਿਜੇ ਨਾਲ ਕੋਈ ਪ੍ਰਸ਼ਨ ਪੁੱਛਿਆ ਜਾਵੇ, ਉਹ ਪ੍ਰਸ਼ਨਵਾਚੀ ਵਾਕ ਹੁੰਦੇ ਹਨ। ਮਿਸਾਲ ਦੇ ਲਈ, ਤੇਰੀ ਕਾਪੀ ਕਿੱਥੇ ਹੈ? ਤੂੰ ਕਲਾਸ ਕਿਉਂ ਨਹੀਂ ਲਾਈ? ਤੂੰ ਪੇਪਰ ਕਿਉਂ ਨਹੀਂ ਦਿੱਤਾ? ਤੂੰ ਨਿਸ਼ਚਿਤ ਸਮੇਂ ਦੇ ਉੱਪਰ ਮੈਨੂੰ ਰਿਪੋਰਟ ਕਿਉਂ ਨਹੀਂ ਭੇਜੀ? ਇਹ ਸਾਰੇ ਦੇ ਸਾਰੇ ਪ੍ਰਸ਼ਨ ਕੀਤੇ ਗਏ ਆ। ਜਾਂ ਤੁਸੀਂ ਕਹੋਗੇ ਸਰ ਸਾਨੂੰ ਸਮਝ ਨਹੀਂ ਲੱਗਿਆ ਜੀ, ਦੂਰੀ ਵਾਰ ਦੱਸੋ। ਵਾਕ ਕੀ ਹੁੰਦਾ ਹੈ ਸਰ, ਸਾਨੂੰ ਸਮਝਾਓ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵਿਦਿਆਰਥੀਓ, ਇਹ ਕਿਤੇ ਨਾ ਕਿਤੇ ਪ੍ਰਸ਼ਨਾਂ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੀਆਂ। ਇੱਕ ਵਾਰੀ ਫੇਰ ਆਪਾਂ ਇਹਦੇ ਬਾਰੇ ਥੋੜੀ ਜਿਹੀ ਗੱਲ ਕਰ ਲਈਏ ਕਿ ਜਿਹੜੇ ਵਾਕ ਨੂੰ ਅਸੀਂ ਕਾਰਜ ਦੇ ਆਧਾਰ ਤੇ ਵੰਡਦੇ ਹਾਂ 3 ਤਰ੍ਹਾਂ ਦੇ ਆ: ਬਿਆਨੀਆ ਵਾਕ, ਹੁਕਮੀ ਵਾਕ ਤੇ ਪ੍ਰਸ਼ਨਵਾਚੀ ਵਾਕ। ਬਿਆਨੀਆ ਵਾਕ ਦੇ ਵਿੱਚ ਕੋਈ ਪ੍ਰਸ਼ਨ ਨਹੀਂ ਪੁੱਛਿਆ ਜਾਂਦਾ, ਨਾ ਕੋਈ ਬੇਨਤੀ ਕੀਤੀ ਜਾਂਦੀ ਹੈ, ਨਾ ਕੋਈ ਹੁਕਮ ਹੁੰਦਾ ਹੈ। ਇਹ ਸਿਰਫ ਤੇ ਸਿਰਫ ਇਹਦੇ ਵਿੱਚ ਬਿਆਨ ਕੀਤਾ ਜਾਂਦਾ, ਉਸ ਨੂੰ ਬਿਆਨੀਆ ਵਾਕ ਕਿਹਾ ਜਾਂਦਾ। ਦੂਸਰਾ ਹੁਕਮੀ ਵਾਕ ਦੇ ਵਿੱਚ ਕੋਈ ਨਾ ਕੋਈ ਹੁਕਮ ਦਿੱਤਾ ਜਾਂਦਾ, ਇਹਦੇ 'ਚ ਕੋਈ ਬੇਨਤੀ ਨਹੀਂ ਕੀਤੀ ਜਾਂਦੀ, ਨਾ ਕੋਈ ਚੀਜ਼ ਬਿਆਨ ਕੀਤੀ ਜਾਂਦੀ ਹੈ, ਸਿਰਫ ਹੁਕਮ ਜਾਂ ਆਗਿਆ ਦਿੱਤੀ ਜਾਵੇ, ਉਹ ਹੁਕਮੀ ਵਾਕ ਹੁੰਦਾ ਹੈ। ਪ੍ਰਸ਼ਨਵਾਚਕ ਵਾਕ ਦੇ ਵਿੱਚ ਕੋਈ ਨਾ ਕੋਈ ਪ੍ਰਸ਼ਨ ਪੁੱਛਿਆ ਜਾਂਦਾ, ਕੁਐਸਚਨ ਪੁੱਛਿਆ ਜਾਂਦਾ। ਇਹਦੇ ਵਿੱਚ
ਸਿਰਫ ਤੇ ਸਿਰਫ ਇੱਕ ਕੁਐਸਚਨ ਹੀ ਹੁੰਦਾ ਹੈ, ਇਹਨੂੰ ਪ੍ਰਸ਼ਨਵਾਚੀ ਵਾਕ ਕਹਿੰਦੇ ਆ। ਹੁਣ ਤੱਕ ਵਿਦਿਆਰਥੀਓ ਅਸੀਂ ਆਪਣੇ ਅੱਜ ਦੇ ਲੈਕਚਰ ਦੇ ਬਾਰੇ ਸੰਖੇਪ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਫਿਰ ਮੈਂ ਇੱਕ ਵਾਰੀ ਯਾਦ ਦਿਵਾ ਦਿਆਂ ਕਿ ਅਸੀਂ ਅੱਜ ਦੀ ਜਿਹੜੀ ਲੈਕਚਰ ਹੈਗਾ ਇਹਦੇ ਵਿੱਚ ਦੱਸਿਆ ਕਿ ਵਾਕ ਦੀ ਪਰਿਭਾਸ਼ਾ ਕੀ ਹੁੰਦੀ ਹੈ। ਅਸੀਂ ਵਿਦੇਸ਼ੀ ਵਿਦਵਾਨ ਹੈ ਜਿਹੜੇ ਅੰਗਰੇਜ਼ੀ ਦੇ ਵਿਦਵਾਨ ਬਲੂਮਫੀਲਡ ਹੋ ਗਿਆ, ਲੌਜਾਇਨਸ ਹੋ ਗਿਆ, ਉਹਨਾਂ ਦੀ ਗੱਲ ਕੀਤੀ ਸੀਗੀ, ਜਾਂ ਫਿਰ ਅਸੀਂ ਭਾਰਤੀ ਜਾਂ ਪੰਜਾਬੀ ਜਿਹੜੇ ਹੈਗੇ ਆ ਸਾਡੇ ਵਿਦਵਾਨ ਹਰਕੀਰਤ ਸਿੰਘ ਉਹਦੀ ਗੱਲ ਕੀਤੀ ਹੈ, ਉਹਨੇ ਕਿਸ ਤਰ੍ਹਾਂ ਨਾਲ ਡੈਫੀਨੇਸ਼ਨ ਦਿੱਤੀ ਹੈ, ਪਤੰਜਲੀ ਨੇ ਕਿਸ ਤਰ੍ਹਾਂ ਨਾਲ ਦਿੱਤੀ ਹੈ। ਇਹ ਸਾਰੇ ਵਿਦਵਾਨਾਂ ਦੀ ਵਾਕ ਬਾਰੇ ਜਿਹੜੀ ਰਾਏ ਹੈਗੀ ਆ ਉਹ ਪੇਸ਼ ਕਰਕੇ ਉਸ ਤੋਂ ਬਾਅਦ ਅਸੀਂ ਵਾਕ ਦੀ ਡੈਫੀਨੇਸ਼ਨ ਦੇ ਦਿੱਤੀ ਹੈ ਸਾਰੀ ਦੀ ਸਾਰੀ, ਕਿਸ ਤਰ੍ਹਾਂ ਨਾਲ ਵਾਕ ਦੀ ਪਰਿਭਾਸ਼ਾ ਨਿਸ਼ਚਿਤ ਕੀਤੀ ਜਾ ਸਕਦੀ ਹੈ। ਉਸ ਤੋਂ ਬਾਅਦ ਅਸੀਂ ਵਾਕ ਨੂੰ 2 ਭਾਗਾਂ ਦੇ ਵਿੱਚ ਵੰਡ ਲਿਆ ਸੀਗਾ ਵਿਦਿਆਰਥੀਓ। ਪਹਿਲਾ ਜਿਹੜਾ ਸੀਗਾ ਰੂਪ ਦੇ ਆਧਾਰ ਦੇ ਉੱਪਰ, ਦੂਸਰਾ ਸੀਗਾ ਅਸੀਂ ਕਾਰਜ ਦੇ ਆਧਾਰ ਦੇ ਉੱਪਰ। ਰੂਪ ਦੇ ਆਧਾਰ ਦੇ ਉੱਪਰ ਵਿਦਿਆਰਥੀ ਸਧਾਰਨ ਵਾਕ ਸੀਗਾ, ਸੰਯੁਕਤ ਵਾਕ ਸੀਗਾ, ਮਿਸ਼ਰਤ ਵਾਕ ਸੀਗਾ। ਸਧਾਰਨ ਵਾਕ ਦੇ ਵਿੱਚ ਇੱਕ ਉਦੇਸ਼ ਹੁੰਦਾ, ਇੱਕ ਵਿਧੇਯ ਹੁੰਦਾ ਔਰ ਇੱਕੋ ਹੀ ਕਿਰਿਆ ਹੁੰਦੀ ਹੈ। ਤੇ ਜਿਹੜਾ ਸੰਯੁਕਤ ਵਾਕ ਹੈਗਾ ਇਹਦੇ ਵਿੱਚ ਜਿਹੜੇ ਸਾਰੇ ਵਾਕ ਹੈਗੇ ਆ ਸੁਤੰਤਰ ਹੁੰਦੇ ਆ, ਇਹਨਾਂ ਨੂੰ ਯੋਜਕਾਂ ਦੇ ਨਾਲ ਜੋੜਿਆ ਜਾਂਦਾ ਹੈ। ਜਿਹੜੇ ਮਿਸ਼ਰਤ ਵਾਕ ਹੈਗਾ ਉਹਨਾਂ ਦੇ ਵਿੱਚ ਇੱਕ ਸੁਤੰਤਰ ਉਪਵਾਕ ਹੁੰਦਾ ਹੈ, ਬਾਕੀ ਉਹਦੇ ਅਧੀਨ ਉਪਵਾਕ ਹੁੰਦੇ ਆ, ਉਹਨਾਂ ਨੂੰ ਵੀ ਯੋਜਕਾਂ ਨਾਲ ਜੋੜਿਆ ਜਾਂਦਾ ਹੈ। ਇਸ ਤੋਂ ਬਾਅਦ ਅਸੀਂ ਕਾਰਜ ਦੇ ਆਧਾਰ ਦੇ ਉੱਪਰ ਜਦੋਂ ਵਾਕ ਦੀ ਵੰਡ ਕੀਤੀ ਸੀਗੀ ਉਹ 3 ਤਰ੍ਹਾਂ ਨਾਲ ਵੰਡ ਲਿਆ ਸੀਗਾ, ਬਿਆਨੀਆ ਵਾਕ, ਹੁਕਮੀ ਵਾਕ ਤੇ ਪ੍ਰਸ਼ਨਵਾਚੀ ਵਾਕ। ਤੇ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲ ਕਰ ਦਿੱਤੀ ਸੀ। ਸੋ ਵਿਦਿਆਰਥੀਓ, ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵਿਸਥਾਰ ਦੇ ਵਿੱਚ ਪ੍ਰਸ਼ਨ ਦੀ ਸਮਝ ਲੱਗ ਗਈ ਹੋਊਗੀ, ਉੱਤਰ ਦੀ ਸਮਝ ਲੱਗ ਗਈ ਹੋਊਗੀ। ਇਹਦੇ ਬਾਰੇ ਜੇ ਕੋਈ ਸ਼ੰਕਾ ਹੋਇਆ ਤਾਂ ਜ਼ਰੂਰ ਮੇਰੇ ਨਾਲ ਤੁਸੀਂ ਗੱਲ ਕਰੋਗੇ। ਆਪਾਂ ਗ੍ਰਾਮਰ ਦੇ ਬਾਰੇ ਇੱਕ ਲੈਕਚਰ ਹੋਰ ਰਹਿ ਗਿਆ, ਉਸ ਤੋਂ ਬਾਅਦ ਇੱਕ ਲੈਕਚਰ ਤੁਹਾਡੇ ਸ਼ੰਕਿਆਂ ਨੂੰ ਦੂਰ ਕਰਨ ਦੇ ਲਈ ਦੇਵਾਂਗੇ ਅਸੀਂ। ਤੇ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਤੁਹਾਡੇ ਪੇਪਰ ਜਲਦ ਹੋ ਰਹੇ ਹੈ, ਉਦੋਂ ਪਹਿਲਾਂ ਆਪਣਾ ਸਿਲੇਬਸ ਵੀ ਖਤਮ ਹੋ ਜਾਊਗਾ, ਆਪਣੀਆਂ ਫਾਰਮੈਲਿਟੀਜ਼ ਵੀ ਪੂਰੀਆਂ ਹੋ ਜਾਣਗੀਆਂ। ਅਸੀਂ ਤੁਹਾਡੇ ਤੋਂ ਸਾਰੀਆਂ ਅਸਾਈਨਮੈਂਟਸ ਵੀ ਮੰਗਾ ਲਈਆਂ ਹੈਗੀਆਂ, ਅਸੀਂ ਤੁਹਾਡੇ ਤੋਂ ਪੇਪਰ ਵੀ ਲੈ ਲਿਆ ਇੱਕ, ਤੇ ਦੂਸਰਾ ਪੇਪਰ ਤੁਹਾਡਾ ਅਸੀਂ ਇੱਕ ਜਿਹੜਾ ਆਪਾਂ ਆਉਣ ਵਾਲੀ ਡੇਟ ਦੇ ਵਿੱਚ ਦੇਖਦੇ ਹਾਂ ਉਸ ਲਵਾਂਗੇ, ਤੁਹਾਨੂੰ ਅਸੀਂ ਇਨਫੋਰਮੇਸ਼ਨ ਪਾਈ ਹੋਈ ਹੈ। ਸੋ ਵਿਦਿਆਰਥੀ, ਤੁਸੀਂ ਧਿਆਨ ਦੇ ਨਾਲ ਲੈਕਚਰ ਸੁਣੇ ਹੈ, ਅੱਗੇ ਵੀ ਸੁਣਦੇ ਰਹੋ ਤਾਂ ਕਿ ਸਾਡੇ ਵਿਸ਼ੇ ਦੇ ਵਿੱਚੋਂ ਵਧੀਆ ਤੋਂ ਵਧੀਆ ਅੰਕ ਲੈ ਕੇ ਤੁਸੀਂ ਪਾਸ ਹੋ ਸਕੋ। ਅੱਜ ਦਾ ਲੈਕਚਰ ਆਪਣਾ ਇੱਥੇ ਹੀ ਖਤਮ ਹੋ ਰਿਹਾ ਹੈ।